ਚੜ੍ਹਦੀ ਕਲਾ ਤੁਹਾਡੀ ਹਮੇਸ਼ਾ ਹੀ ਹੋਵੇ ਚੜ੍ਹਦੀ ਕਲਾ। ਸੋ ਦੋਸਤੋ ਇੱਕ ਵਾਰ ਫੇਰ ਤੋਂ ਸਵਾਗਤ ਹੈ ਤੁਹਾਡਾ PVS ਕਲਾਸਿਸ ਦੇ ਵਿੱਚ, ਜਿਹਦੇ ਵਿੱਚ ਮੈਂ ਪਰਮਵੀਰ ਸਿੰਘ PVS ਲੈ ਕੇ ਹਾਜ਼ਰ ਹਾਂ ਅੱਜ CSET ਲੈਕਚਰ ਸੀਰੀਜ਼ ਦਾ ਲੈਕਚਰ ਨੰਬਰ 12। ਓਕੇ, ਔਰ ਅੱਜ ਦੀ ਇਸ ਲੈਕਚਰ ਸੀਰੀਜ਼ ਦੇ ਵਿੱਚ ਆਪਾਂ ਗੱਲ ਕਰਾਂਗੇ ਸਟੇਟਮੈਂਟ ਐਂਡ ਕਨਕਲੂਜਨ ਵਾਲੇ ਸਵਾਲਾਂ ਦੀ। ਰਾਈਟ, ਸੋ ਕੀ ਕਹਿੰਦੇ ਆ ਕਿਸ ਟਾਈਪ ਦੇ ਇਹ ਕੁਐਸਚਨਸ ਨੇ। ਓਕੇ ਐਂਡ ਵੀ ਵਿਲ ਸੀ, ਔਰ ਉਸ ਤੋਂ ਬਾਅਦ ਔਰ ਇਹਦੇ ਵਿੱਚ ਆਪਾਂ ਖਾਸ ਕਰਕੇ ਦੇਖਾਂਗੇ ਤਿੰਨ ਇਹੋ ਜਿਹੇ ਰੂਲ, ਠੀਕ ਹੈ, ਜਿਹੜੇ ਅਸੀਂ ਸਿੱਖ ਗਏ ਤਾਂ ਕੀ ਹੈ ਸਾਡਾ ਕੋਈ ਵੀ ਕੁਐਸਚਨ ਇਸ ਟਾਈਪ ਦਾ ਨਹੀਂ ਫਸੇਗਾ। ਸੋ ਕਰਦੇ ਹਾਂ ਸਟਾਰਟ, ਬਟ ਉਸ ਤੋਂ ਪਹਿਲਾਂ ਇਹ ਵੀ ਦੱਸ ਦੇਵਾਂ ਕਿ ਇਹ ਜੋ ਲੈਕਚਰ ਸੀਰੀਜ਼ ਹੈ ਪੰਜਾਬ PCS ਤੋਂ ਇਲਾਵਾ ਜੋ ਨਾਇਬ ਤਹਿਸੀਲਦਾਰ, ਸਬ ਇੰਸਪੈਕਟਰ ਪੰਜਾਬ ਪੁਲਿਸ ਔਰ ਪਟਵਾਰੀ ਦੀਆਂ ਜੌਬਸ ਜਾਂ ਹੋਰ ਪੰਜਾਬ ਗਵਰਨਮੈਂਟ ਦੀਆਂ ਜੌਬਸ ਨੇ ਉਹਨਾਂ ਸਾਰਿਆਂ ਲਈ ਉਨਾ ਹੀ ਲਾਹੇਵੰਦ ਰਹੇਗਾ। ਓਕੇ, ਕਿਉਂਕਿ CSET ਸਾਰਿਆਂ ਹੀ ਪੇਪਰਾਂ ਦੇ ਵਿੱਚ ਜੋ ਹੈ ਇੱਕ ਇੰਪੋਰਟੈਂਟ ਫੈਕਟਰ ਰਹਿੰਦਾ ਵਾ। ਰਾਈਟ, ਸੋ ਕਰਦੇ ਹਾਂ ਅੱਜ ਦਾ ਲੈਕਚਰ ਸਟਾਰਟ। ਠੀਕ ਹੈ, ਸੋ ਇਸ ਟਾਈਪਸ ਦੇ ਜੋ ਕੁਐਸਚਨ ਆਪਾਂ ਦੇਖ ਰਹੇ ਹਾਂ, ਜਿਸ ਤਰ੍ਹਾਂ ਐਗਜ਼ਾਮਪਲ ਵਿੱਚ ਦੇਖਿਆ ਸਟੇਟਮੈਂਟ ਦਿੱਤੀਆਂ ਹੋਈਆਂ ਨੇ ਦੋ, ਸਮ ਆਂਟਸ ਆਰ ਪੈਰਟਸ, ਆਲ ਪੈਰਟਸ ਆਰ ਐਪਲਸ, ਔਰ ਦੋ ਕਨਕਲੂਜਨ ਦਿੱਤੇ ਗਏ ਆ। ਓਕੇ, ਸੋ ਸਟੇਟਮੈਂਟ ਰਹਿੰਦੀ ਹੈ ਔਰ ਕਨਕਲੂਜਨ ਰਹਿੰਦੀ ਆ। ਓਕੇ, ਸੋ ਇਸ ਤਰੀਕੇ ਦੇ ਜਿਹੜੇ ਕੁਐਸਚਨਸ ਹੁੰਦੇ ਆ ਇਹਨਾਂ ਇਸ ਕੁਐਸਚਨ ਟਾਈਪਸ ਨੂੰ ਕਿਹਾ ਜਾਂਦਾ ਵਾ ਸਿਲੋਗਿਜ਼ਮ। ਓਕੇ, ਸੋ ਸਿਲੋਗਿਜ਼ਮ ਕਿਹਾ ਜਾਂਦਾ, ਔਰ ਇਹਦੇ ਸਿਲੋਗਿਜ਼ਮ ਦੇ ਕੁਐਸਚਨ ਕੀ ਹੁੰਦੇ ਆ ਬੇਸਿਕਲੀ, ਜਿਹਦੇ ਵਿੱਚ ਆਪਾਂ ਕੀ ਡਿਸਕਸ ਕਰਦੇ ਹਾਂ, ਆਪਾਂ ਰਿਲੇਸ਼ਨ ਬਿਟਵੀਨ ਐਲੀਮੈਂਟਸ ਡਿਸਕਸ ਕਰਦੇ ਹਾਂ। ਠੀਕ ਹੈ, ਜਿਸ ਤਰ੍ਹਾਂ ਇਸ ਕੁਐਸਚਨ ਦੇ ਵਿੱਚ ਆਂਟਸ, ਪੈਰਟਸ, ਠੀਕ ਹੈ, ਐਂਡ ਐਪਲਸ, ਠੀਕ ਹੈ, ਇਹ ਤਿੰਨ ਐਲੀਮੈਂਟਸ ਹੈ ਔਰ ਆਪਾਂ ਇਹਨਾਂ ਐਲੀਮੈਂਟਸ ਦਾ ਰਿਲੇਸ਼ਨ ਕੀ ਹੈ, ਠੀਕ ਹੈ, ਉਹ ਡਿਸਕਸ ਕਰਦੇ ਹਾਂ। ਠੀਕ ਹੈ, ਸੋ ਇਸ ਤਰੀਕੇ ਦੇ ਜਿਹੜੇ ਹੈਗੇ ਸਿਲੋਗਿਜ਼ਮ ਦੇ ਕੁਐਸਚਨ ਹੁੰਦੇ ਆ। ਓਕੇ, ਔਰ ਇਸ ਤੋਂ ਇਲਾਵਾ ਅਗਰ ਤੁਸੀਂ ਜੋ ਵੀ ਦੇਖੋ, ਠੀਕ ਹੈ, ਸੋ ਜਦੋਂ ਤੁਸੀਂ ਇਹ ਸਟੇਟਮੈਂਟ ਪੜ੍ਹਦੇ ਆ ਸਮ ਆਂਟਸ ਆਰ ਪੈਰਟਸ, ਠੀਕ ਹੈ, ਸੋ ਇਟਸ ਪ੍ਰੈਕਟੀਕਲੀ ਨਾਟ ਪੋਸੀਬਲ, ਠੀਕ ਹੈ, ਆਂਟਸ ਆਰ ਨਾਟ ਪੈਰਟਸ। ਓਕੇ, ਇਸ ਤਰ੍ਹਾਂ ਹੁੰਦਾ ਨਹੀਂ ਹੈ। ਸੋ ਇਹ ਕੀ ਰਹਿੰਦਾ, ਇਹ ਵੀ ਇਹਦੇ ਵਿੱਚ ਰਹਿੰਦਾ ਵਾ ਕਿ ਇਹਦੀਆਂ ਜੋ ਸਟੇਟਮੈਂਟਸ ਨੇ, ਠੀਕ ਹੈ, ਸੋ ਇਲੌਜੀਕਲ ਹੁੰਦੀਆਂ ਨੇ। ਠੀਕ ਹੈ, ਇਲੌਜੀਕਲ ਸਟੇਟਮੈਂਟਸ ਨੇ, ਇਹਨਾਂ ਦਾ ਲੌਜਿਕ ਕੋਈ ਨਹੀਂ ਹੈ। ਓਕੇ, ਸੋ ਇਹ ਤੋਂ ਸਾਨੂੰ ਪਤਾ ਲੱਗਦਾ ਵਾ ਕਿ ਜੋ ਇਹ ਵਰਡਸ ਨੇ ਆਂਟਸ, ਪੈਰਟਸ, ਸੋ ਇਹਦੇ ਵਿੱਚ ਇਹਨਾਂ ਦੀ ਇੰਪੋਰਟੈਂਸ ਨਹੀਂ ਹੈਗੀ। ਠੀਕ ਹੈ, ਇਹ ਮਤਲਬ ਇਹਨਾਂ ਦੇ ਉੱਤੇ ਫੋਕਸ ਨਹੀਂ ਹੁੰਦਾ ਸਾਡਾ ਫੋਕਸ ਹੁੰਦਾ ਵਾ ਇਹਨਾਂ ਨੂੰ ਛੱਡ ਕੇ ਜਿਹੜੇ ਬਾਕੀ ਨੇ। ਠੀਕ ਹੈ, ਆਂਟਸ, ਪੈਰਟਸ ਜਿਹੜੇ ਐਲੀਮੈਂਟਸ ਆ ਸਾਡਾ ਇਹਨਾਂ ਦੇ ਉੱਤੇ ਡਿਸਕਸ ਨਹੀਂ ਹੁੰਦਾ, ਸਾਨੂੰ ਇਹਨਾਂ ਦੇ ਨਾਲ ਜੋ ਰਿਲੇਟ ਕਰ ਰਹੇ ਆ ਵਰਡਸ, ਜਿੱਦਾਂ ਸਮ, ਓਕੇ, ਆਲ, ਠੀਕ ਹੈ, ਠੀਕ ਹੈ, ਆਰ, ਠੀਕ ਹੈ, ਇਹਨਾਂ ਦੇ ਉੱਤੇ ਸਾਡਾ ਹੁੰਦਾ ਵਾ ਫੋਕਸ। ਠੀਕ ਹੈ, ਉਹ ਅੱਗੇ ਚੱਲ ਕੇ ਤੁਸੀਂ ਦੇਖੋਗੇ ਕਿ ਕਿੱਦਾਂ ਇਹ ਚੀਜ਼ਾਂ ਮੈਟਰ ਕਰਦੀਆਂ, ਇਹ ਐਲੀਮੈਂਟਸ ਨਹੀਂ ਉਹਨੇ ਮੈਟਰ ਕਰਦੇ। ਰਾਈਟ, ਬਿਕੋਜ਼ ਇੱਕ ਤਾਂ ਪਹਿਲੀ ਗੱਲ ਇਹ ਹੈ ਕਿ ਇਲੌਜੀਕਲ ਆ। ਠੀਕ ਹੈ, ਆਂਟਸ ਆਰ ਨਾਟ ਪੈਰਟਸ, ਓਕੇ, ਪ੍ਰੈਕਟੀਕਲੀ, ਐਂਡ ਪੈਰਟਸ ਆਰ ਨਾਟ ਐਪਲਸ। ਓਕੇ, ਸੋ ਇਸ ਕਰਕੇ ਇਲੌਜੀਕਲ ਸਟੇਟਮੈਂਟਸ ਨੇ। ਓਕੇ, ਔਰ ਇਹਨਾਂ ਕੁਐਸਚਨ ਦੇ ਵਿੱਚ ਆਪਾਂ ਇੱਕ ਦੂਜੇ ਦਾ ਰਿਲੇਸ਼ਨ ਦੇਖਦੇ ਆ। ਰਾਈਟ, ਔਰ ਤੀਸਰੀ ਗੱਲ ਕੀ ਰਹਿੰਦੀ ਹੈ ਕਿ ਆਪਾਂ ਜੋ ਹੈ ਇਹਨਾਂ ਚੀਜ਼ਾਂ ਨੂੰ ਯੂਨੀਵਰਸਲ ਟਰੁੱਥ ਲੈ ਕੇ ਚੱਲਣਾ ਵਾ। ਠੀਕ ਹੈ, ਜੋ ਵੀ ਸਾਨੂੰ ਸਟੇਟਮੈਂਟ ਦੇ ਵਿੱਚ ਦਿੱਤਾ ਵਾ ਦੈਟ ਇਜ਼ ਯੂਨੀਵਰਸਲ ਟਰੁੱਥ, ਆਪਾਂ ਉਸ ਚੀਜ਼ ਨੂੰ ਮੰਨਣਾ ਵਾ। ਓਕੇ, ਸੋ ਆਪਾਂ ਇਹ ਨਹੀਂ ਕਹਿਣਾ ਕਿ ਨੋ, ਨਾਈਦਰ 1 ਨੋਟ 2, ਕੋਈ ਵੀ ਇਹਨਾਂ ਦੇ ਵਿੱਚ ਫੋਲੋ ਨਹੀਂ ਕਰੇਗਾ, ਕਿਉਂਕਿ ਆਂਟਸ ਤਾਂ ਪੈਰਟਸ ਹੁੰਦੀਆਂ ਹੀ ਨਹੀਂ ਹੈਗੀਆਂ, ਜਾਂ ਪੈਰਟਸ ਜਾਂ ਐਪਲਸ ਹੁੰਦੇ ਹੀ ਨਹੀਂ ਹੈ। ਠੀਕ ਹੈ, ਓਕੇ, ਸੋ ਆਪਾਂ ਇਹਨੂੰ ਯੂਨੀਵਰਸਲ ਟਰੁੱਥ ਲੈ ਕੇ ਚੱਲਣਾ ਵਾ। ਇਹ ਕੁਐਸਚਨ ਹਲੇ ਜਸਟ ਆਪਾਂ ਕੁਐਸਚਨ ਨੂੰ ਸਮਝਣ ਲਈ ਪਾਇਆ ਸੀਗਾ, ਲਿਖਿਆ ਵਾ। ਓਕੇ, ਔਰ ਆਪਾਂ ਚੱਲਦੇ ਹਾਂ ਅੱਗੇ। ਠੀਕ ਹੈ, ਅੱਗੇ ਆਪਾਂ ਸਮਝਾਂਗੇ ਹਰੇਕ ਕੁਐਸਚਨ ਨੂੰ। ਓਕੇ, ਪਹਿਲਾਂ ਬੇਸਿਕ ਸਮਝਦੇ ਆ ਇਹਦੇ। ਠੀਕ ਹੈ, ਉਸ ਤੋਂ ਬਾਅਦ ਆਪਾਂ ਰੂਲਸ ਵੀ ਕਰਾਂਗੇ। ਠੀਕ ਹੈ, ਜੋ ਤਿੰਨ ਮੇਨ ਰੂਲ ਜੋ ਅੱਜ ਦੀ ਮੇਨ ਅਟਰੈਕਸ਼ਨ ਆ। ਰਾਈਟ, ਠੀਕ ਹੈ, ਸੋ ਹੁਣ ਇਹਦੇ ਵਿੱਚ ਦੇਖੋ ਕਿ ਜੋ ਸਾਡੀਆਂ ਆਪਾਂ ਦੇਖਿਆ ਕਿ ਇਹਦੇ ਵਿੱਚ ਸਾਡੇ ਕੋਲ ਕੀ ਹੈ, ਇਸ ਕੁਐਸਚਨ 'ਚ ਇੱਕ ਸਟੇਟਮੈਂਟ ਹੁੰਦੀ ਆ ਔਰ ਇੱਕ ਹੁੰਦਾ ਵਾ ਕਨਕਲੂਜਨ। ਠੀਕ ਹੈ, ਸੋ ਟਾਈਪਸ ਆਫ ਸਟੇਟਮੈਂਟਸ ਦੀਆਂ ਕਿੰਨੀਆਂ ਟਾਈਪ ਹੁੰਦੀਆਂ ਨੇ। ਠੀਕ ਹੈ, ਜਾਂ ਸਟੇਟਮੈਂਟ ਦੋ ਟਾਈਪਸ ਦੀਆਂ ਹੁੰਦੀਆਂ, ਇੱਕ ਹੁੰਦੀ ਪੋਜ਼ਿਟਿਵ ਸਟੇਟਮੈਂਟ, ਇੱਕ ਹੁੰਦੀ ਆ ਨੈਗੇਟਿਵ ਸਟੇਟਮੈਂਟ। ਠੀਕ ਹੈ, ਪੋਜ਼ਿਟਿਵ ਦੇ ਵਿੱਚ ਫਰਦਰ ਅੱਗੇ ਜਿਹੜੇ ਦੋ ਕੀਵਰਡਸ ਮੇਨ ਹੈ, ਠੀਕ ਹੈ, ਪ੍ਰਾਇਮਰੀ ਕੀਵਰਡਸ ਹੁੰਦੇ ਆ, ਉਹ ਆਉਂਦੇ ਸਮ ਐਂਡ ਆਲ। ਠੀਕ ਹੈ, ਸਮ A or B, ਰਾਈਟ, ਯੂ ਕੈਨ ਰਿਲੇਟ ਇਟ ਵਿਦ ਇਟ। ਠੀਕ ਹੈ, ਸਮ A or B, ਓਕੇ, ਆਲ A or B। ਠੀਕ ਹੈ, ਸੋ ਇਸ ਤਰੀਕੇ ਨਾਲ ਇਹ ਪੋਜ਼ਿਟਿਵ ਰਿਲੇਸ਼ਨ ਦਿਖਾਉਂਦੇ ਆ। ਠੀਕ ਹੈ, ਰਾਈਟ, ਬਟ ਨੈਗੇਟਿਵ ਜਿਹੜਾ ਨੈਗੇਟਿਵ ਟਾਈਪ ਆਫ ਸਟੇਟਮੈਂਟਸ ਹੁੰਦੀਆਂ ਨੇ, ਉਹਦੇ ਵਿੱਚ ਆਉਂਦਾ ਵਾ ਸਮ ਨਾਟ ਐਂਡ ਨੋ। ਓਕੇ, ਸਮ A are not, ਸੋ ਸਮ ਨਾਟ। ਠੀਕ ਹੈ, ਸਮ A are not B। ਓਕੇ, ਐਂਡ ਸੈਕਿੰਡ ਅਗਰ ਤੁਸੀਂ ਦੇਖੋਗੇ ਜਾਂ ਫੋਰਥ ਦੇਖੋਗੇ ਤਾਂ no A or B। ਰਾਈਟ, ਸੋ ਇਹ ਚਾਰ ਤਰੀਕੇ ਦੇ ਹੀ ਰਿਲੇਸ਼ਨ ਹੁੰਦੇ ਆ ਇਸ ਦੇ ਵਿੱਚ।
ਓਕੇ ਬਟ ਇਹਨਾਂ ਨੂੰ ਅਲੱਗ-ਅਲੱਗ ਵਰਡਸ ਹੋਰ ਅਲੱਗ-ਅਲੱਗ ਵਰਡਸ ਕਰਕੇ ਜਿਹੜਾ ਹੈ ਯੂਜ਼ ਕੀਤਾ ਜਾਂਦਾ ਵਾ ਔਰ ਉਹ ਸਾਰੇ ਵਰਡਸ ਦਾ ਟੇਬਲ ਮੈਂ ਤੁਹਾਡੇ ਲਈ ਲੈ ਕੇ ਆਇਆ ਵਾ ਬਟ ਉਹਦੇ ਲਈ ਤੁਹਾਨੂੰ ਜੋ ਹੈ ਬਿਲਕੁਲ ਲਾਸਟ ਦੇ ਉੱਤੇ ਉਸ ਤੁਹਾਨੂੰ ਸਟੇਟਮੈਂਟ ਮੈਂ ਦਵਾਂਗਾ ਠੀਕ ਹੈ ਟੇਬਲ ਤੁਹਾਨੂੰ ਮਿਲੇਗਾ ਲਾਸਟ ਦੇ ਵਿੱਚ ਸੋ ਲਾਸਟ ਤੱਕ ਵੀਡੀਓ ਦੇ ਵਿੱਚ ਬਣੇ ਰਹਿਣਾ ਓਕੇ ਉਹ ਸਾਰੇ ਕੀਵਰਡਸ ਜਿਹੜੇ ਇਹਨਾਂ ਨੂੰ ਰਿਪਲੇਸ ਕਰ ਸਕਦੇ ਆ ਮੇਨਲੀ ਜਿਹੜੇ ਚਾਰ ਪ੍ਰਾਇਮਰੀ ਕੀਵਰਡਸ ਨੇ ਉਹ ਇਹੀ ਨੇ ਸਮ all ਸਮ not ਔਰ no ਠੀਕ ਹੈ ਸੋ ਜੋ ਕੋਈ ਵੀ ਦੋ ਐਲੀਮੈਂਟਸ ਹੋਣ ਠੀਕ ਹੈ A ਔਰ B ਸੋ ਉਹਨਾਂ ਦਾ ਰਿਲੇਸ਼ਨ ਜਿਹੜੇ ਹੈਗੇ ਆ ਇਹੋ ਹੀ ਚਾਰ ਮੇਨ ਕੀਵਰਡ ਨੇ ਜਿਹੜੇ ਡਿਫਾਈਨ ਕਰਦੇ ਆ ਓਕੇ ਇਸ ਤੋਂ ਇਲਾਵਾ ਜੋ ਵੀ ਹੋਣਗੇ ਉਹ ਇਹਨਾਂ ਦੀ ਕਿਸੇ ਟਾਈਪ ਦੇ ਅੰਦਰ ਆ ਜਾਏਗੀ ਠੀਕ ਹੈ ਉਹ ਇਹਨਾਂ ਦੇ ਵਿੱਚੋਂ ਇੱਕ ਹੀ ਕਿਸੇ ਦਾ ਜਿਹੜਾ ਕਹਿ ਲਓ ਕਿ ਵਰਜਨ ਹੋਏਗਾ ਉਹ ਰਾਈਟ ਸੋ ਉਹਨਾਂ ਨੂੰ ਵੀ ਆਪਾਂ ਇਸ ਤਰੀਕੇ ਨਾਲ ਡੀਲ ਕਰਨਾ ਵਾ ਰਾਈਟ ਸੋ ਸਮ A ਆਰ ਨਾਟ B ਸਮ A ਆਰ B ਠੀਕ ਹੈ ਹੁਣ ਇਹਨੂੰ ਜਿਹੜਾ ਹੈ ਚੀਜ਼ਾਂ ਨੂੰ ਸਮਝਣ ਲਈ ਸਾਨੂੰ ਇੱਥੇ ਇੱਕ ਵੈਨ ਡਾਇਗਰਾਮ ਦੀ ਵੀ ਜਿਹੜੀ ਹੈਗੀ ਹੈ ਹੈਲਪ ਲੈਣੀ ਹੁੰਦੀ ਹੈ ਠੀਕ ਹੈ ਸੋ ਵੈਲ ਡਾਇਗਰਾਮ ਸਿੰਪਲੀ ਕੀ ਹੁੰਦੀ ਡਾਇਗਰਾਮ ਹੁੰਦੀ ਜਿਹਦੇ ਨਾਲ ਆਪਾਂ ਇਹ ਰਿਪਰੈਜ਼ੈਂਟ ਕਰਦੇ ਹਾਂ ਠੀਕ ਹੈ ਸੋ ਜਿੱਦਾਂ ਸਮ A ਆਰ B ਨੂੰ ਆਪਾਂ ਕਿੱਦਾਂ ਰਿਪਰੈਜ਼ੈਂਟ ਕਰਦੇ ਹਾਂ ਠੀਕ ਹੈ ਇਸ ਤਰੀਕੇ ਨਾਲ ਰਿਪਰੈਜ਼ੈਂਟ ਕਰਦੇ ਆ ਠੀਕ ਹੈ ਦਿਸ ਇਜ਼ A ਐਂਡ ਦਿਸ ਇਜ਼ B ਇਹ ਸਾਰਾ ਸਰਕਲ A ਦਾ ਵਾ ਇਹ ਸਾਰਾ ਸਰਕਲ B ਦਾ ਵਾ ਓਕੇ ਸੋ ਸਮ A ਆਰ B ਠੀਕ ਹੈ ਮਤਲਬ ਇਹ ਓਵਰਲੈਪ ਕਰ ਰਹੇ ਆ ਕਿਤੇ ਨਾ ਕਿਤੇ ਸੋ ਸਮ ਇਸ ਕਰਕੇ ਸਮ A ਆਰ B ਠੀਕ ਹੈ ਸੋ ਆ ਵਾਲਾ ਜੋ ਏਰੀਆ ਹੈ ਇਹ ਫੋਕਸ ਏਰੀਆ ਹੈ ਇੱਥੇ ਠੀਕ ਹੈ ਸਮ A ਔਰ B ਜਿੱਥੇ A ਜਿਹੜਾ ਹੈਗਾ ਵਾ ਉਹ B ਨੂੰ ਓਵਰਲੈਪ ਕਰਦਾ ਵਾ ਇੰਟਰਸੈਕਟ ਕਰਦਾ ਵਾ ਰਾਈਟ ਠੀਕ ਹੈ ਸੋ ਇਸ ਤਰੀਕੇ ਨਾਲ ਆਪਾਂ ਇਹਨੂੰ ਰਿਪਰੈਜ਼ੈਂਟ ਕਰਦੇ ਹਾਂ ਅਗਲਾ ਜਿਹੜਾ ਸੈਕੰਡ ਹੈ all A ਆਰ B ਠੀਕ ਹੈ ਇਸ ਨੂੰ ਆਪਾਂ ਕਿਸ ਤਰ੍ਹਾਂ ਰਿਪਰੈਜ਼ੈਂਟ ਕਰਦੇ ਹਾਂ ਇਸ ਨੂੰ ਇਸ ਤਰ੍ਹਾਂ ਰਿਪਰੈਜ਼ੈਂਟ ਕਰਾਂਗੇ ਇੱਕ ਸਰਕਲ ਵੱਡਾ ਠੀਕ ਹੈ ਓਕੇ ਇਹ B ਹੋ ਗਿਆ ਔਰ ਇਹਦੇ ਅੰਦਰ ਇੱਕ ਸਰਕਲ ਜਿਹੜਾ ਛੋਟਾ A ਦਾ ਠੀਕ ਹੈ ਸੋ ਸਾਰੇ ਦਾ ਸਾਰਾ A ਜਿਹੜਾ ਹੈ ਉਹ B ਹੈ ਓਕੇ ਸੋ all A ਆਰ B ਠੀਕ ਹੈ ਸੋ ਸਾਰਾ A ਜਿਹੜਾ ਹੈਗਾ ਵਾ ਉਹ B ਦੇ ਅੰਦਰ ਹੈ ਰਾਈਟ ਇਹਨੂੰ ਆਪਾਂ ਇਸ ਤਰ੍ਹਾਂ ਰਿਪਰੈਜ਼ੈਂਟ ਕਰਨਾ ਓਕੇ ਉਸ ਤੋਂ ਬਾਅਦ ਸਮ A ਆਰ ਨਾਟ B ਠੀਕ ਹੈ ਸੋ ਇਹਦੇ ਲਈ ਆਪਾਂ ਕੀ ਕਰੋ ਓਕੇ ਇਹ ਸਰਕਲ ਬਣਾਇਆ A ਠੀਕ ਹੈ ਐਂਡ ਸਮ A ਠੀਕ ਹੈ ਸਮ A ਦਾ ਇੱਕ ਪੋਰਸ਼ਨ ਇਜ਼ ਨਾਟ B ਠੀਕ ਹੈ ਇੱਥੇ ਮਾਰਾਂਗੇ ਕਾਟਾ ਔਰ ਇੱਧਰ ਲਿਖਾਂਗੇ B ਕਿ ਇਹ B ਜਿਹੜਾ ਹੈਗਾ ਵਾ ਨਹੀਂ ਹੈ ਠੀਕ ਹੈ A ਦਾ ਇੱਕ ਪੋਰਸ਼ਨ ਜਿਹੜਾ ਵਾ ਉਹ B ਨਹੀਂ ਹੈ ਸਮ A ਆਰ ਨਾਟ B ਰਾਈਟ ਐਂਡ ਨੋ A ਆਰ B ਠੀਕ ਹੈ ਕੋਈ ਵੀ ਜਿਹੜਾ ਹੈਗਾ ਵਾ A ਉਹ B ਨਹੀਂ ਹੈ ਠੀਕ ਹੈ ਸੋ ਟੋਟਲੀ ਐਕਸਕਲੂਸਿਵ ਇੱਕ ਦੂਸਰੇ ਨੂੰ ਐਕਸਕਲੂਡ ਕਰਦੇ ਆ ਰਾਈਟ ਠੀਕ ਹੈ ਕੋਈ ਵੀ A ਜਿਹੜਾ ਹੈਗਾ ਵਾ ਉਹ B ਨਹੀਂ ਹੈ ਠੀਕ ਹੈ ਸੋ ਇਸ ਚਾਰ ਤਰੀਕੇ ਦੇ ਨਾਲ ਇਹਨੂੰ ਵੈਨ ਡਾਇਗਰਾਮ ਦੇ ਵਿੱਚ ਇਸ ਡਾਇਗਰਾਮ ਦੇ ਤਰੀਕੇ ਨਾਲ ਆਪਾਂ ਕਰ ਸਕਦੇ ਹਾਂ ਐਕਸਪਲੇਨ ਰਾਈਟ ਠੀਕ ਹੈ ਔਰ ਕਰਦੇ ਆ ਅੱਗੇ ਹੁਣ ਨੈਕਸਟ ਸਲਾਈਡ ਦੇ ਉੱਤੇ ਹੁਣ ਆਪਾਂ ਦੇਖਿਆ ਸਟੇਟਮੈਂਟਸ ਨੂੰ ਅੱਗੇ ਆਪਾਂ ਦੇਖਾਂਗੇ ਕਨਕਲੂਜਨ ਨੂੰ ਠੀਕ ਹੈ ਸਟੇਟਮੈਂਟਸ ਦੀਆਂ ਟਾਈਪਸ ਆਪਾਂ ਦੇਖ ਲਈਆਂ ਚਾਰ ਟਾਈਪਸ ਦੀਆਂ ਸਟੇਟਮੈਂਟਸ ਹੁੰਦੀਆਂ ਨੇ ਓਕੇ ਔਰ ਹੁਣ ਆਪਾਂ ਦੇਖਦੇ ਹਾਂ ਕਨਕਲੂਜਨ ਨੂੰ ਠੀਕ ਹੈ ਕਨਕਲੂਜਨ ਦੀਆਂ ਵੀ ਦੋ ਟਾਈਪਸ ਹੁੰਦੀਆਂ ਨੇ ਇੱਕ ਹੁੰਦੇ ਆ ਡੈਫੀਨੇਟ ਕਨਕਲੂਜਨ ਠੀਕ ਹੈ ਜਿਹਦੇ ਵਿੱਚ ਆਪਾਂ ਸ਼ੋਰਲੀ ਕਹਿੰਦੇ ਆ ਠੀਕ ਹੈ ਇੱਕ ਹੁੰਦੇ ਇਨਡੈਫੀਨੇਟ ਕਨਕਲੂਜਨ ਜਿਹਦੇ ਵਿੱਚ ਆਪਾਂ ਜਸਟ ਇੱਕ ਪੋਸੀਬਿਲਿਟੀ ਜ਼ਾਹਿਰ ਕਰਦੇ ਆ ਸੋ ਡੈਫੀਨੇਟ ਕਨਕਲੂਜਨ ਦੀ ਨਿਸ਼ਾਨੀ ਕੀ ਆ ਐਬਸੈਂਸ ਆਫ ਐਨੀ ਕੈਨ ਮੇ ਔਰ ਪੋਸੀਬਿਲਿਟੀ ਇਹ ਵਰਡਸ ਜਿਹੜੇ ਹੁੰਦੇ ਆ ਇਹ ਕਨਕਲੂਜਨ ਦੇ ਵਿੱਚ ਨਹੀਂ ਹੁੰਦੇ ਠੀਕ ਹੈ ਕੈਨ ਨਹੀਂ ਹੋਏਗਾ ਮੇ ਨਹੀਂ ਹੋਏਗਾ ਪੋਸੀਬਿਲਿਟੀ ਨਹੀਂ ਹੋਏਗੀ ਠੀਕ ਹੈ ਇਹਦੇ ਵਿੱਚ ਇੱਕ ਐਕਸੈਪਸ਼ਨ ਹੈ ਕਿ ਕੈਨ ਨੈਵਰ ਠੀਕ ਹੈ ਕੈਨ ਨੈਵਰ ਜਿਹੜਾ ਹੈਗਾ ਵਾ ਇਹ ਇੱਕ ਡੈਫੀਨੇਟ ਕਨਕਲੂਜਨ ਦੇ ਵਿੱਚ ਆਏਗਾ ਓਕੇ ਠੀਕ ਹੈ ਸੋ ਫੋਰ ਐਗਜ਼ਾਮਪਲ ਦੇਖੋ ਇਹਦੀ ਸਮ A ਆਰ B ਠੀਕ ਹੈ ਸੋ ਇਹਦੇ ਵਿੱਚ ਕੈਨ ਮੇ ਪੋਸੀਬਿਲਿਟੀ ਇਹ ਸਾਰਿਆਂ ਦੀ ਐਬਸੈਂਸ ਹੈ ਰਾਈਟ ਠੀਕ ਹੈ ਸੋ ਇਸ ਕਰਕੇ ਇਹ ਡੈਫੀਨੇਟ ਕਨਕਲੂਜਨ ਹੈ ਓਕੇ ਇਹਦੇ ਵਿੱਚ ਇਹ ਪੱਕੀ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਕੋਈ ਸਮ A ਕੁਝ A ਜਿਹੜੇ ਆ ਉਹ B ਹਨ ਠੀਕ ਹੈ ਰਾਈਟ ਔਰ ਇਹਦੇ ਵਿੱਚ ਦੂਸਰਾ ਦੇਖੋ all A can never be B ਓਕੇ ਇੱਥੇ can never ਆ ਗਿਆ can ਤਾਂ ਹੈ ਠੀਕ ਹੈ ਸੋ can ਹੈ ਤਾਂ ਆਪਾਂ ਇਹ ਨਹੀਂ ਸਮਝ ਲੈਣਾ ਕਿ ਇਹ ਜਿਹੜਾ ਹੈਗਾ ਵਾ ਉਹ ਡੈਫੀਨੇਟ ਕਨਕਲੂਜਨ ਨਹੀਂ ਹੈ ਠੀਕ ਹੈ ਕਿਉਂਕਿ ਇਹ can ਦੇ ਨਾਲ never ਵੀ ਲਿਖਿਆ ਹੋਇਆ ਵਾ ਸੋ ਉਹ ਚੀਜ਼ ਇਹਨੂੰ ਡੈਫੀਨੇਟ ਬਣਾਉਂਦੀ ਆ all A can never be B ਓਕੇ ਠੀਕ ਹੈ ਸੋ ਇਹ ਹੋ ਡੈਫੀਨੇਟ ਕਨਕਲੂਜਨ ਪਤਾ ਲੱਗਦਾ ਨਾ ਕਿ ਜੇ ਤੁਹਾਨੂੰ ਪੱਕਾ ਸ਼ੋਰ ਹੋਵੇ ਕਿ ਹਾਂ ਵੀ ਇਹੀ ਕਨਕਲੂਜਨ ਹੈ ਠੀਕ ਹੈ ਸੋ ਇਨਡੈਫੀਨੇਟ ਠੀਕ ਹੈ ਇਨਡੈਫੀਨੇਟ ਜਿਹਦੇ ਵਿੱਚ ਪ੍ਰੈਜ਼ੈਂਸ ਆਫ ਕੈਨ ਮੇ ਪੋਸੀਬਿਲਿਟੀ ਠੀਕ ਹੈ ਮੇ ਮਤਲਬ ਹੋ ਵੀ ਸਕਦਾ ਵਾ ਨਹੀਂ ਵੀ ਹੋ ਸਕਦਾ ਠੀਕ ਹੈ ਇੱਕ ਪੋਸੀਬਿਲਿਟੀ ਤਾਂ ਹੈ ਓਕੇ ਸੋ ਇਹਦੇ ਵਿੱਚ ਐਗਜ਼ਾਮਪਲ ਹੈ no A can be B
कोई भी ए बी नहीं होएगी, ठीक है। एंड सम ए मे बी बी, ठीक है, कोई ए जिहड़ी हैगी आ ओह बी हो सकदी है, ठीक है। नो ए कैन बी, ओके, कोई ए बी नहीं हो सकदी, ठीक है। इत्थे सकन दी गल है, ठीक है, एक प्रोबेबिलिटी पॉसिबिलिटी दी गल है, ठीक है। सो इस तरीके दे दो कनक्लूजन होए, एक डेफिनेट कनक्लूजन, ठीक है, एक होया इनडेफिनेट कनक्लूजन। डेफिनेट कनक्लूजन दे विच देखो तुहानू आर मिलदा वा, सम ए आर बी, ठीक है। सो ये है कनक्लूजन ਦੀਆਂ टाइप्स देखियां, ठीक है। हुण आपां ਜਿਹੜੀਆਂ ਗੱਲ ਕੀਤੀਆਂ कि ਜਿਹੜੀਆਂ ਚਾਰ ਸਟੇਟਮੈਂਟਸ ਹੁੰਦੀਆਂ ਵਾ all A R B, ठीक है। सो ਇਹ ਤੋਂ ਅਸੀਂ ਕੀ ਕਨਕਲੂਜਨ ਕੱਢ ਸਕਦੇ ਆ, ठीक है। ਅਸੀਂ ਇੱਕ ਵਾਰੀ ਇਹਨੂੰ ਸਾਰੀ ਨੂੰ ਸਮਝਾਂਗੇ, ਇਹਨੂੰ ਬੜੀ ਧਿਆਨ ਨਾਲ ਸਮਝਣਾ, ਓਕੇ। ਤਾਂ ਹੀ ਤੁਹਾਨੂੰ ਅੱਗੇ ਜਾ ਕੇ ਜਿਹੜੇ ਰੂਲ ਆ, ਰੂਲ ਐਕਚੁਅਲ ਅਸਲ ਦੇ ਵਿੱਚ ਕੀ ਆ ਕਿ ਸ਼ਾਰਟਕਟ ਕ੍ਰੀਏਟ ਕੀਤੇ ਹੋਏ ਆ, ਠੀਕ ਹੈ, ਤਾਂ ਕਿ ਤੁਹਾਨੂੰ ਕੁਐਸਚਨ ਦੇਖ ਕੇ ਹੀ, ਠੀਕ ਹੈ, ਵਿਦਨ ਦ ਸੈਕਿੰਡ ਤੁਹਾਨੂੰ ਕਲਿੱਕ ਕਰ ਜਾਵੇ ਕਿ ਕਿਹੜੀ ਜਿਹੜੀ ਆਪਸ਼ਨ, ਕਿਹੜਾ ਕਨਕਲੂਜਨ ਰਾਈਟ ਹੈ, ਕਿਹੜਾ ਰੋਂਗ ਹੈ, ਓਕੇ। ਸੋ ਦੇ ਆਰ ਸ਼ਾਰਟਕਟ। ਪਰ ਜੇ ਤੁਹਾਨੂੰ ਪਿੱਛੇ ਉਹਦੇ ਕਨਸੈਪਟ ਦੀ ਸਮਝ ਆਓ ਲੱਗੀ ਹੋਊਗੀ, ਠੀਕ ਹੈ, ਤਾਂ ਤੁਸੀਂ ਹੋਰ ਵੀ ਵਧੀਆ ਤੁਹਾਡਾ ਦਿਮਾਗ ਕੰਮ ਕਰੇਗਾ, ਓਕੇ। ਤਾਂ ਤੁਹਾਨੂੰ ਉਹ ਸ਼ਾਰਟਕਟਸ ਵੀ ਬਚਣਗੇ, ਨਹੀਂ ਤਾਂ ਤੁਹਾਨੂੰ ਇਸ ਤਰ੍ਹਾਂ ਲੱਗੇਗਾ ਕਿ ਉਹ ਸ਼ਾਰਟਕਟਸ ਇਦਾਂ ਹਵਾ ਦੇ ਵਿੱਚ ਹੀ ਆ, ਠੀਕ ਹੈ, ਉਹਦੇ ਕੋਈ ਸਿਰ ਪੈਰ ਨਹੀਂ ਹੈ, ਠੀਕ ਹੈ। ਸੋ ਜੇ ਤੁਸੀਂ ਸਮਝਣਾ ਚਾਹੁੰਦੇ ਆ ਕਿ ਉਹਨਾਂ ਪਿੱਛੇ ਸੈਂਸ ਕੀ ਬਣਦੀ ਹੈ, ਓਕੇ, ਸੋ ਇਹਨਾਂ ਚੀਜ਼ਾਂ ਨੂੰ ਜ਼ਰੂਰ ਹੁਣ ਅੱਗੇ ਧਿਆਨ ਨਾਲ ਦੇਖਿਓ, ਠੀਕ ਹੈ। ਆਲ ਏ ਆਰ ਬੀ, ਠੀਕ ਹੈ। ਸੋ ਆਲ ਏ ਆਰ ਬੀ ਦੀ ਆਪਾਂ ਕਿਸ ਤਰ੍ਹਾਂ ਬਣਾਏਂਗੇ ਡਾਇਗਰਾਮ, ਠੀਕ ਹੈ। ਆਲ ए ਦੇ ਅੰਦਰ, ठीक है, और B ਇਹ ਵੱਡਾ ਸਰਕਲ, ठीक है, all A are B, ठीक है। ਸੋ ਇਹ ਤੋਂ ਆਪਾਂ ਹੁਣ ਕੀ ਕਨਕਲੂਜਨ ਕੱਢ ਸਕਦੇ ਹਾਂ, ਇਹ ਤੋਂ ਇਹ ਕਨਕਲੂਜਨ ਕੱਢ ਸਕਦੇ ਹਾਂ ਸਮ A are B, ठीक है। ਸੋ ਪਹਿਲੀ ਗੱਲ ਇਹ ਕਿ all A are B ਲਿਖਿਆ ਹੋਇਆ ਵਾ ਔਰ ਇੱਥੇ ਆਪਣਾ ਆ ਗਿਆ ਕਿ ਸਮ A are B, ठीक है। ਸੋ ਇਹਨੂੰ ਮੈਂ ਤੁਹਾਨੂੰ ਥੋੜੀ ਪ੍ਰੈਕਟੀਕਲ ਐਗਜ਼ਾਮਪਲ ਦੇ ਕੇ ਦੱਸਦਾ ਵਾਂ, ਠੀਕ ਹੈ। ਅਸਿਊਮ ਕਰੋ ਅੱਗੇ ਜਿੰਨੀਆਂ ਵੀ ਐਗਜ਼ਾਮਪਲ ਆ ਉਹਦੇ ਵਿੱਚ ਤੁਸੀਂ ਇਹਦੇ ਥਰੂ ਸਮਝ ਸਕਦੇ ਆ, ਠੀਕ ਹੈ। ਅਸਿਊਮ ਕਰੋ A ਕੀ ਹੈ, blue, A is a gene, ठीक है। A ਦਾ ਮਤਲਬ ਹੈ जीन, जीन्स, ठीक है। B ਦਾ ਮਤਲਬ ਹੈ blue, ठीक है। ਇਹ ਅਸਿਊਮ ਕਰੋ, ठीक है। ਸੋ ਉਹਦੇ ਨਾਲ ਕੀ ਮਤਲਬ ਬਣਦਾ, ਮੰਨ ਲਓ ਕਿ ਇੱਕ ਦੁਕਾਨ ਹੈ, ਇੱਕ ਸ਼ਾਪ ਹੈ, ਪੈਂਟਾਂ ਦੀ ਹੋਈ ਸ਼ਾਪ ਹੈ ਉੱਥੇ, ਠੀਕ ਹੈ। ਸਿਰਫ ਤੁਹਾਨੂੰ ਜਿਹੜੇ ਆ ਟਰਾਊਜ਼ਰ ਸੀ ਉੱਥੇ ਮਿਲਦੇ ਆ, ਓਕੇ। ਉਹਦੇ ਵਿੱਚ ਅਲੱਗ-ਅਲੱਗ ਵੈਰਾਈਟੀ ਹੋ ਸਕਦੀ ਆ, ਜੀਨਸ ਹੋ ਸਕਦੀ ਆ, ਕਾਟਨ ਦੇ ਹੋ ਸਕਦੇ ਆ, ਵੈਲਵਟ ਦੇ ਹੋ ਸਕਦੀਆਂ ਪੈਂਟਸ, ਠੀਕ ਹੈ, ਓਕੇ। ਬਟ ਠੀਕ ਹੈ, ਪੈਂਟਾਂ ਦੀ ਦੁਕਾਨ ਆ, ਰਾਈਟ। ਐਂਡ ਉਹਦੇ ਵਿੱਚ ਇਹ ਗੱਲ ਕਹੀ ਜਾ ਰਹੀ ਆ ਆਲ ਏ ਆਰ ਬੀ, ਠੀਕ ਹੈ। ਜਾਂ ਆਪਾਂ ਏ ਨੂੰ ਲੈ ਲਿਆ ਜੀਨਸ ਐਂਡ ਬੀ ਨੂੰ ਲੈ ਲਿਆ ਬਲੂ, ठीक है। ਇਹਦਾ ਮਤਲਬ ਕੀ ਬਣਿਆ, all jeans are blue, ठीक है। मैं इधर लिख देना, ठीक है। पहली स्टेटमेंट all jeans are blue, ठीक है। सो जे all jeans are blue आ, ठीक है, जे ਆਪਾਂ ਇਹਨੂੰ ਲਿਖ ਦਈਏ some jeans are blue, ठीक है। सो ਇਹ ਵੀ ਤਾਂ ਟਰੂ ਹੀ ਰਹੇਗਾ, ठीक है। ਜੇ all jeans are blue ਆ, ठीक है, ਉਹਦੇ ਵਿੱਚੋਂ ਕੁਝ ਜੀਨਸ ਜਿਹੜੀਆਂ ਹੈਗੀਆਂ ਵਾ ਉਹ ਵੀ ਬਲੂ, ਉਹਨਾਂ ਨੂੰ ਆਪਾਂ ਕਵਾਂਗੇ, ਠੀਕ ਹੈ। ਸੋ ਦੈਟ ਇਜ਼ ਆਲਸੋ ਵੈਲਿਡ। ਜਾਂ ਇਹਨੂੰ ਤੁਸੀਂ ਇਸ ਤਰੀਕੇ ਨਾਲ ਸਮਝੋ, ਠੀਕ ਹੈ। ਜੇ ਆਪਾਂ ਇਹ ਕਹਿ ਦਈਏ ਕਿ ਠੀਕ ਹੈ ਪੰਜਾਬ ਜਿਹੜਾ ਹੈ ਉਹ ਇੰਡੀਆ ਦੇ ਅੰਦਰ ਹੈ, ਰਾਈਟ, ਠੀਕ ਹੈ। ਪੰਜਾਬ ਜਿਹੜਾ ਹੈ ਉਹ ਇੰਡੀਆ ਦੇ ਅੰਦਰ ਹੈ। ਮੰਨ ਲਓ ਕਿ A ਜਿਹੜੀ ਹੈਗੀ ਹੈ ਇਹ ਪੰਜਾਬ ਹੈ, ਠੀਕ ਹੈ, B ਇੰਡੀਆ ਹੈ, ਠੀਕ ਹੈ। ਸੋ ਪੰਜਾਬ ਜਿਹੜਾ ਹੈ ਇੰਡੀਆ ਦੇ ਵਿੱਚ ਹੈ, ਇਹ ਟਰੂ ਹੈ, ਰਾਈਟ, ਠੀਕ ਹੈ। ਜੇ ਹੁਣ ਆਪਾਂ ਇਹਨੂੰ ਇਦਾਂ ਕਹਿ ਦਈਏ ਕਿ ਸਮ ਪੰਜਾਬ, ਠੀਕ ਹੈ, ਸਮ ਪੰਜਾਬ, ਜਾਂ ਕਹਿ ਲਓ ਪੰਜਾਬ ਦਾ ਕੋਈ ਪਾਰਟ ਦਾ ਆਪਾਂ ਨਾਂ ਲੈ ਲਿਆ ਮਾਲਵਾ, ਠੀਕ ਹੈ, ਮਾਲਵਾ, ਮਾਝਾ, ਦੁਆਬਾ, ਜਿੱਦਾਂ ਤੁਹਾਨੂੰ ਜੀ ਕਰਦਾ ਵਾ, ਠੀਕ ਹੈ। ਮਾਲਵਾ ਇਜ਼ ਇਨ ਇੰਡੀਆ, ਠੀਕ ਹੈ। ਕੀ ਇਹ ਗਲਤ ਹੋਏਗਾ, ਕੀ ਇਹ ਗਲਤ ਹੋਏਗਾ, ਮਾਲਵਾ ਇਜ਼ ਇਨ ਇੰਡੀਆ? ਨਹੀਂ, ਇਹ ਸਹੀ ਹੋਏਗਾ, ਠੀਕ ਹੈ। ਸੋ ਜੇ ਪੂਰਾ ਪੰਜਾਬ ਇੰਡੀਆ ਦੇ ਅੰਦਰ ਹੈ, ਠੀਕ ਹੈ, ਸੋ ਮਾਲਵਾ ਇੰਡੀਆ ਦੇ ਅੰਦਰ ਹੈ, ਇਹ ਵੀ ਉਹਨਾਂ ਇਕੁਅਲੀ ਗੁੱਡ ਆ। ਸੋ ਇਸ ਕਰਕੇ ਜੇ ਸਾਰੀਆਂ ਜੀਨਸ ਬਲੂ ਆ, ਠੀਕ ਹੈ, ਔਰ ਆਪਾਂ ਇਦਾਂ ਕਹਿ ਦਈਏ ਕਿ ਸਮ ਜੀਨਸ ਆਰ ਬਲੂ, ਇਹ ਵੀ ਉਨਾ ਹੀ ਟਰੂ ਹੈ, ਠੀਕ ਹੈ। ਇਹ ਵੀ ਬਿਲਕੁਲ ਡੈਫੀਨੇਟ ਕਨਕਲੂਜਨ ਨਿਕਲਦਾ ਵਾ ਕਿ ਹਾਂ ਸਮ ਜੀਨਸ ਆਰ ਬਲੂ, ਓਕੇ। ਸੋ ਇਹਦਾ ਮਤਲਬ ਇਹ ਨਹੀਂ ਸਮਝਣਾ ਕਿ ਸਮ ਜੀਨਸ ਜਿਹੜੀਆਂ, ਆਪਾਂ ਇਸ ਤਰੀਕੇ ਨਾਲ ਨਾ ਸਮਝਣਾ ਕਿ ਜਿਹੜੀਆਂ ਹੈਗੀਆਂ ਵਾ ਕੁਝ ਜੀਨਸ ਬਲੂ ਆ, ਕੁਝ ਬਲੂ ਨਹੀਂ ਹੈਗੀਆਂ, ਓਕੇ। ਉਹਨੇ ਨਹੀਂ ਦੀ ਗੱਲ ਕੀਤੀ ਨਹੀਂ ਆ ਇੱਥੇ, ਠੀਕ ਹੈ। ਉਹਨੇ ਇਹ ਕਿਹਾ ਵਾ ਕਿ ਕੁਝ ਜੀਨਸ ਜਿਹੜੀਆਂ ਉਹ ਬਲੂ ਹੈਗੀਆਂ ਨੇ, ਰਾਈਟ, ਠੀਕ ਹੈ। ਸੋ ਇਸ ਕਰਕੇ ਇਹ ਇੱਕ ਬਹੁਤ ਜਿਹੜੀ ਹੈਗੀ ਆ ਕਹਿ ਲਓ ਕਿ ਲੱਖ ਰੁਪਏ ਦੀ ਗੱਲ ਆ ਜੇ ਤੁਹਾਨੂੰ ਸਮਝ ਲੱਗ ਜਾਵੇ ਇੱਥੇ,
ठीक है बहुत ही एक ਜ਼ਰੂਰੀ है जो ਤੁਹਾਨੂੰ ਸਮਝ ਲੱਗ ਜਾਵੇ ਤੁਹਾਨੂੰ ਅੱਗੇ ਜਿਹੜਾ ਹੈਗਾ ਤੁਹਾਡੀ ਜੀਵਨ ਜਿਹੜਾ ਹੈ ਉਹ ਆਸਾਨ ਹੋ ਜਾਣਾ ਵਾ ठीक है क्योंकि किसी भी एग्जाम्पल ना समझ लगती है जीन्स वाली ना समझ लगती है या पंजाब वाली जी मैं एग्जाम्पल दी है ठीक है किसी ना भी समझ लगती है इनू समझ लो ठीक है ऑल ए आर बी ठीक है जो सारा वा तो थोड़ा भी है थोड़ा सम ए आर बी राइट ठीक है लगे समझ सो उम्मीद करता मैं तुहानू जरूर समझ लग्या होगा ये ठीक है सो दूसरी गल ठीक है सो सम बी आर ए ठीक है सो ਇਹਦਾ ਮਤਲਬ ਆਪੇ ਹੀ ਆਫ ਕੋਰਸ ਤੁਸੀਂ ਇਹਦੇ ਵਿੱਚੋਂ ਦੇਖ ਸਕਦੇ ਆ ਡਾਇਗਰਾਮ ਦੇ ਵਿੱਚੋਂ ਕਿ ਸਮ b r a ਠੀਕ ਹੈ b ਦਾ ਇੱਕ ਪੋਰਸ਼ਨ a ਹੈ ਰਾਈਟ ਇਹ ਤਾਂ ਸਾਨੂੰ ਡਾਇਗਰਾਮ ਦੇ ਵਿੱਚੋਂ ਹੀ ਦਿਖਦਾ ਵਾ ਓਕੇ ਸੋ ਦਿਸ ਇਜ਼ ਆਲਸੋ ਟਰੂ ਠੀਕ ਹੈ ਅੱਗੇ ਦੇਖੋ ਸਮ b r not a ਠੀਕ ਹੈ ਸਮ b r not a ਠੀਕ ਹੈ ਸੋ ਸਾਡੀ ਗੱਲ ਕਿਹੜੀ ਪੋਰਸ਼ਨ ਦੀ ਹੋ ਰਹੀ ਹੈ ਆ ਵਾਲੇ ਪੋਰਸ਼ਨ ਦੀ ਠੀਕ ਹੈ ਸਮ b r not a ਜਿਹੜਾ a ਨਹੀਂ ਹੈਗਾ ओके सो सानू की लगता वा कि हाँ ऑफ कोर्स यार ये तो गल दिखनी रही है कि आ ए आ और बाकी जेड़ा बी आ वो ए नहीं हैगा ठीक है सो आपां काहते लिखिया कि इट इज ओनली अ पॉसिबिलिटी ठीक है आपां पॉसिबिलिटी काहते लिखिया आपां सिंपली इत्थे क्यों नहीं एंड कर दिता सम बी आर नॉट ए ठीक है इनू डेफिनेट क्यों बनाता देखो जे असीं इत्थे तक देखांगे सेंटेंस नू कल्ला ते डेफिनेट है जे इत्थे तक ही लिखांगे तां डेफिनेट है ਜਦੋਂ ਇਹਨੂੰ ਇਜ਼ ਅ ਪੋਸਿਬਿਲਿਟੀ ਲਿਖ ਦਿੱਤਾ ਤਾਂ ਇਹ ਇਨਡੈਫੀਨਿਟ ਹੋ ਗਿਆ ਵੀ ਅਸੀਂ ਸ਼ੋਰ ਨਹੀਂ ਹੈਗੇ ਵੀ ਸਮ ਬੀ ਆਰ ਨਾਟ ਏ ਰਾਈਟ ਠੀਕ ਹੈ ਸੋ ਇੱਥੇ ਆਫ ਕੋਰਸ ਜਿਹੜਾ ਹੈਗਾ ਵਾ ਸਾਨੂੰ ਦੇਖਣ ਤੇ ਅਸੀਂ ਜ਼ਰੂਰ ਲੱਗਦਾ ਵਾ ਕਿ ਹਾਂ ਸਮ ਬੀ ਆਰ ਨਾਟ ਏ ਬਟ ਜਦੋਂ ਮੈਂ ਤੁਹਾਨੂੰ ਥੋੜਾ ਐਕਸਪਲੇਨ ਕਰਾਂਗਾ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਇਹ ਪੋਸਿਬਿਲਿਟੀ ਕਿਉਂ ਹੈ ਰਾਈਟ ਸੋ ਅਗੇਨ ਆਪਾਂ ਚੱਕਦੇ ਹਾਂ ਆਪਣੀ ਜੀਨਸ ਵਾਲੀ ਐਗਜ਼ਾਮਪਲ ठीक है सो सम बी आर नॉट ए सम ब्लूज आर नॉट जीन ठीक है सो अपना की आ गया मेन स्टेटमेंट अपनी की दी हुई है ऑल जीन्स आर ब्लू ठीक है सम ब्लूज आर नॉट जीन्स ओके ठीक है सो दुकान है वो पेंटा वाली ठीक है ਉਹਦੇ ਵਿੱਚ ਆਪਾਂ ਗੱਲ ਕੀਤੀ ਆ कि all jeans are blue ठीक है ओके सो ये सही है ठीक है तो ਆਪਾਂ क्या कह सकते हैं कि some blues are not jeans ठीक है कि ਅਸੀਂ ਇਹ ਪੱਕੇ ਤਰੀਕੇ ਨਾਲ ਕਹਿ ਸਕਦੇ ਹਾਂ 100% ਕੌਨਫੀਡੈਂਟ ਦੇ ਨਾਲ ਠੀਕ ਹੈ ਇਹਦੇ ਵਿੱਚ ਕੀ ਹੋ ਸਕਦਾ ਦੋ ਕੇਸ ਹੋ ਸਕਦੇ ਆ ਠੀਕ ਹੈ ਜੇ ਤੇ ਉਸ ਦੀ ਦੁਕਾਨ ਦੇ ਵਿੱਚ ਠੀਕ ਹੈ ਸਿਰਫ ਬਲੂ ਜੀਨਸ ਹੀ ਹੋਣ ਠੀਕ ਹੈ ਤਾਂ ਆਪਾਂ ਕਹਿ ਸਕਦੇ ਆ ਕਿ ਜਿਹੜੀ ਹੈਗੀ ਆ ਸਿਰਫ ਉਥੇ ਬਲੂ ਜੀਨਸ ਹੀ ਨੇ ਠੀਕ ਹੈ ਜਾਂ ਮੈਂ ਇੱਕ ਵਾਰ ਦੁਬਾਰਾ ਤੁਹਾਨੂੰ ਕਲੀਅਰ ਕਰਦਾ ਵਾਂ ਠੀਕ ਹੈ ਸੋ ਜੇ ਉਹਦੇ ਵਿੱਚ ਮੰਨ ਲਓ ਕਿ ਉਹਦੀ ਦੁਕਾਨ ਦੇ ਵਿੱਚ ਕਾਟਨ ਦੀਆਂ ਪੈਂਟਸ ਵੀ ਹੋਣ ਠੀਕ ਹੈ ਕਾਟਨ ਦੀਆਂ ਵੀ ਬਲੂ ਪੈਂਟਸ ਹੋਣ ਠੀਕ ਹੈ ਤਾਂ ਫਿਰ ਆਪਾਂ ਕੀ ਕਵਾਂਗੇ ਸਮ ਬਲੂਜ਼ ਆਰ ਨਾਟ ਜੀਨਸ ਠੀਕ ਹੈ ਜੇ ਕਾਟਨ ਦੀਆਂ ਬਲੂ ਪੈਂਟਸ ਵੀ ਹੋਣ ਤਾਂ ਆਪਾਂ ਇਹੀ ਕਵਾਂਗੇ ਕਿ ਸਮ ਬਲੂਜ਼ ਆਰ ਨਾਟ ਜੀਨਸ ਠੀਕ ਹੈ ਓਕੇ ਓਕੇ ਬਟ ਜੇ ਸਾਰੀਆਂ ਉਹਦੇ ਕੋਲ ਸਿਰਫ ਜਿਹੜੀਆਂ ਹੈਗੀਆਂ ਵਾ ਜੀਨਸ ਹੀ ਹੋਣ ਆਲ ਜੀਨਸ ਹੀ ਹੋਣ ਠੀਕ ਹੈ ਸੋ ਆਪਾਂ ਫਿਰ ਕਵਾਂਗੇ ਕੀ ਹੈ ਕਿ all blues are jeans मतलब all B R A ठीक है सो इस करके पॉसिबिलिटी रह जाती है कि असल दे विच ओदी कंडीशन की है ठीक है जे कोई कॉटन दियां ब्लू हो गई ठीक है फिर आपां की कहांगे some blues are not jeans ठीक है ओके पर जे ओदे कोल 100% जीन्स ही हैगी ओदी दुकान दे अंदर ठीक है सो फिर आपां की कह सकते हैं फिर आपां नूं सगों ये कहना पएगा कि all blues are jeans ठीक है लग रही है गल समझ ठीक है सो इस करके ਇਹਦੀ ਵੀ ਪੋਸਿਬਿਲਿਟੀ ਆ ਇਹਦੀ ਵੀ ਪੋਸਿਬਿਲਿਟੀ ਆ ਠੀਕ ਹੈ ਜੇ ਤੇ ਉਹਦੇ ਕੋਲ ਕਾਟਨ ਦੀ ਬਲੂ ਪੈਂਟ ਹੋ ਗਈ ਠੀਕ ਹੈ ਫਿਰ ਆਪਾਂ ਕਵਾਂਗੇ ठीक है some B are not A some blues are not jeans ठीक है और जे दूसरी गल हुई ਉਹਦੇ ਕੋਲ 100% जीन ही ਹੋਈਆਂ ਓਕੇ ਫਿਰ ਆਪਾਂ ਕੀ ਕਹਿ ਸਕਦੇ ਹਾਂ ਕਿ all blues are jeans ठीक है सो इस करके इत्थे दो पॉसिबिलिटीज बन जांदियां वा ओके ਜਿਹੜੀਆਂ ਕਿ ਅਸੀਂ ਸਿੰਪਲੀ ਇਸ ਡਾਇਗਰਾਮ ਨੂੰ ਦੇਖ ਕੇ ਨਹੀਂ ਅੰਡਰਸਟੈਂਡ ਕਰ ਸਕਦੇ ਇਹ ਡਾਇਗਰਾਮ ਜਿੱਦਾਂ ਆਪਾਂ ਰਿਪਰੈਜ਼ੈਂਟ ਕਰਦੇ ਆ ਠੀਕ ਹੈ ਸੋ ਉਤੋਂ ਕੀ ਪਤਾ ਲੱਗਦਾ ਸਾਨੂੰ ਠੀਕ ਹੈ ਉਤੋਂ ਸਾਨੂੰ ਲੱਗਦਾ ਵਾ ਕਿ ਇਹ ਚੀਜ਼ ਸਹੀ ਆ ਸਮ ਬੀ ਆਰ ਨਾਟ ਏ ਠੀਕ ਹੈ ਜਿਹਨੂੰ ਆਪਾਂ ਡੈਫੀਨੇਟ ਤੌਰ ਦੇ ਉੱਤੇ ਕਹਿ ਦਈਏ ਓਕੇ ਸੋ ਆਰ ਯੂ ਏਬਲ ਟੂ ਫੋਲੋ ਮੀ ਠੀਕ ਹੈ ਸੋ ਮੈਨੂੰ ਯਕੀਨ ਹੈ ਕਿ ਤੁਹਾਨੂੰ ਸਮਝ ਆ ਰਿਹਾ ਹੋਵੇਗਾ ਓਕੇ
ਸੋ ਹੁਣ ਇਸ ਤਰੀਕੇ ਨਾਲ ਜਿਹੜਾ ਹੈਗਾ ਵਾ ਆਪਾਂ ਇਹ ਸਾਰੀਆਂ ਪੋਸੀਬਿਲਿਟੀ ਸਮਝ ਲਈਆਂ ਕਿਉਂ ਇਹ ਡੈਫੀਨੇਟ ਕਨਕਲੂਜਨ ਇਹ ਵਾਲੇ ਆ ਔਰ ਠੀਕ ਹੈ ਜਿੱਥੇ ਇਹ ਗੱਲ ਹੈ ਉੱਥੇ ਇਨਡੈਫੀਨੇਟ ਆ ਮਤਲਬ देयर इज ओनली ਪੋਸੀਬਿਲਿਟੀ ਆਪਾਂ 100% ਸ਼ੋਰ ਹੋ ਕੇ ਨਹੀਂ ਕਹਿ ਸਕਦੇ ਰਾਈਟ ਸੋ ਆਪਾਂ ਚੱਲਦੇ ਹਾਂ ਹੁਣ ਨੈਕਸਟ ਦੇ ਉੱਤੇ ਜੇ ਹੁਣ ਆ ਦੇਖੋ ਅਗਲਾ ਸਮ ਏ ਆਰ ਬੀ ਠੀਕ ਹੈ ਸੋ ਸਮ ਏ ਆਰ ਬੀ ਸੋ ਇਹਦਾ ਇੱਕ ਤਾਂ ਆਪਾਂ ਡਾਇਗਰਾਮ ਬਣਾਉਣੇ ਪਹਿਲਾਂ ठीक है सो डायग्राम के अंदर सम ए आर बी दिस इज ए एंड दिस इज बी और ए इस पोर्शन की गल की जा रही है सम ए आर बी ठीक है जिथे ओवरलैप हो रहा वा सानू जे दिता होवे सम ए आर बी ठीक है सो एक तो सीधी सीधी गल इहदी निकलदी है सम बी आर ए ठीक है जे ए बी आ तो बी ए होगा ठीक है ये डेफिनेट कनक्लूजन निकलदा ही आ ओके सो दूसरा पर यह कि आप जिदा हम पिछे देखा सीगा ठीक है उदो पिछला की सीगा ऑल ए आर बी सीगा ठीक है सो ऑल ए आर बी तो आप की कनक्लूजन कढ़ लिया सी सम ए आर बी जिदा मैं तुहानूं दस्सिया ही सीगा है ना मालवे वाली एग्जाम्पल दे के वो जे सारा पंजाब इंडिया च तो मतलब सम पार्ट ऑफ पंजाब मीनस मालवा इज ऑल्सो इन इंडिया ठीक है सो सम ए आर बी ये डेफिनेटली ट्रू हो जाता वा ठीक है सो इस तरह ही जो साडी स्टेटमेंट ये हो जाती है कि सम ए आर बी ठीक है सो साडे तो पॉसिबिलिटी की हो जाती है एक तो जो सानू दिख रहा वा इत्थे ओके ठीक है कि ओके एक सानू दिख रहा वा कि इधर सम ए इज नॉट बी ठीक है सम बी आर नॉट ए ठीक है सानू जिस तरह ये देख रहा वा जो ये टिपिकल डायग्राम साडी रहिंदी है ओके पर दूसरी पॉसिबिलिटी ये भी तो हो जाती है जिद्दां हुण आपां पिछे देख के आए हैं कि जदों ऑल ए आर बी होवे ठीक है उदों भी आपां ये कह सकते हैं कि सम ए आर बी ठीक है सो इदों ये भी कनक्लूजन एक निकलदा वा कि अच्छा जे सम ए आर बी होवे ठीक है फिर एक गल तां ये जिहड़ी आपां नूं दिख ही रही है ठीक है सम ए आर नॉट बी ठीक है जो आ पोर्शन दिख रहा आपां नूं कि सम ए आर नॉट बी ठीक है पर दूसरी ऑप्शन की हो सकती जिद्दां आपां पिछे देख के आए हैं ऑल ए आर बी भी तो हो सकता वा ठीक है कि ऑल ए आर बी होवे इस करके वो तो आप ड्राइव किया होगे सम ए आर बी राइट ठीक है सो इस करके दो पॉसिबिलिटीज बन जांदियां वा इत्थे ठीक है सो इसे करके इन भी पॉसिबिलिटी लिखिया इन भी पॉसिबिलिटी लिखिया ठीक है कि ऑल ए आर बी भी हो सकता वा ठीक है या जिस तरह सानू इत्थे टिपिकल डायग्राम दे विच दिख रहा ये भी हो सकता इस तरीके नाल ठीक है ओके सो इसी तरह अगर आप देखिए कि सम बी आर नॉट ए एंड ऑल बी आर ए ठीक है सो सम बी आर नॉट ए मतलब ये जो सानू पोर्शन बी का दिख ही रहा है डायग्राम च सीधा सीधा ओके कि दिस इज वन पॉसिबिलिटी ओके पर उही गल कि ऑल बी आर ए होवे ठीक है जे ऑल बी आर ए होवे तां भी तो उतो यह ड्राइव हुंदा वा कि सम ए आर बी ठीक है लगी मेरी गल इत्थे समझ सो इहदा बड़ा लिंक जिहड़ा हैगा वो पिछली ही एग्जाम्पल दे विच आपां जुड़िया होया सी जिथे आपां ये ड्राइव कीता ऑल ए आर बी होवे तां उदों सम ए आर बी इज आल्सो ट्रू ठीक है इनू आपां डेफिनेटली कह सकते हैं ओके हुण पर जदों इत्थे सानू सम ए आर बी स्टेटमेंट दित्ती हुई आ ओके सो इत्थे साडों पॉसिबिलिटी निकलदियां ने ठीक है एक तो सानू जो दिखाई दे रहा सी वो मान लईए ठीक है ओके कि सम ए आर नॉट बी ठीक है बट दूसरी गल ये कि जब आप लास्ट देख के आए हैं कि जो ऑल ए आर बी होवे उदों भी यह ड्राइव कर लिया जाता उतो कि सम ए आर बी ठीक है सो इत्थे साडे कोल इस तरीके नाल दो पॉसिबिलिटीज इधरों निकल आईयां ठीक है और दो पॉसिबिलिटीज अपने को बी वालों अगर निकल आईयां ठीक है ओके सो इक्को ही गल जिहड़ी असीं श्योरली इत्थे डिटरमिनेशन ना कह सकते हैं डेफिनेटली कि इफ सम ए आर बी दैन सम बी आर ए ओके लग्या समझ ठीक है असल दे विच इहदी की जिहड़ी है समझण वाली आ वो पहली ही एग्जाम्पल दे विच सीगी ठीक है जे तुहानूं उत्थे समझ लग गया होगा तो तुहानूं इत्थे भी जरूर समझ लग गया होएगा कि काते इहनूं पॉसिबिलिटी ही रखिया काते इहनूं इत्थे डेफिनेट नहीं कीता राइट हुण अगे देखो नो ए आर बी ठीक है इहनूं नो ए आर बी नूं आपां किदां रिप्रेजेंट करांगे इत्थे ए हो गया ओके इत्थे हो गया बी ठीक है इन्हां दे विच कोई लिंक नहीं है ठीक है ओके मतलब इहदा रिलेशन की डिटरमाइन किया गया नैगेटिव रिलेशन किया गया कि ये आपस एक दूसरे नूं किते भी इंटरसैक्ट नहीं करते ये एक्सक्लूसिव आ म्यूचुअली ठीक है नो ए आर बी ठीक है जे कोई भी ए बी नहीं हैगी तो मतलब कोई भी बी ए नहीं हैगा ओके सो सैकेंड स्टेटमेंट साडी डेफिनेट बन जाती है ट्रू सम ए आर नॉट बी
ठीक है। सो जे ऑल ए आर नॉट बी आ ਤਾਂ ਸਮ ਏ ਆਰ ਇਜ਼ ਆਲਸੋ ਨਾਟ ਬੀ, ਠੀਕ ਹੈ। ਜਿੱਦਾਂ ਆਪਾਂ ਉੱਥੇ ਪਿੱਛੇ ਗੱਲ ਕਰਕੇ ਆਏ ਆ ਫਸਟ ਕਿ ਪੰਜਾਬ ਮਾਲਵਾ, ਠੀਕ ਹੈ। ਜੇ ਸਾਰਾ ਪੰਜਾਬ ਹੀ ਪਾਕਿਸਤਾਨ ਦਾ ਪਾਰਟ ਨਹੀਂ ਹੈਗਾ ਤਾਂ ਫਿਰ ਪੰਜਾਬ ਦਾ ਮਾਲਵਾ ਜਿਹੜਾ ਹੈਗਾ ਵਾ ਉਹ ਕਿਸ ਤਰ੍ਹਾਂ ਦਾ ਪਾਰਟ ਹੋਏਗਾ, ਜਾਂ ਤੁਸੀਂ ਇਦਾਂ ਕਰ ਲਓ ਕਿ ਠੀਕ ਹੈ, ਕਿਉਂਕਿ ਪਾਕਿਸਤਾਨ ਦੇ ਵਿੱਚ ਵੀ ਪੰਜਾਬ ਹੈਗਾ ਇੱਕ, ਸੋ ਇਸ ਕਰਕੇ ਥੋੜੀ ਐਗਜ਼ਾਮਪਲ ਤੁਸੀਂ ਕਨਫਿਊਜ਼ ਹੋ ਸਕਦੇ ਆ। ਸੋ ਇਸ ਤਰੀਕੇ ਨਾਲ ਤੁਸੀਂ ਕਰ ਸਕਦੇ ਆ ਕਿ ਹਾਂ ਸਾਰਾ ਪੰਜਾਬ ਜਿਹੜਾ ਹੈਗਾ ਵਾ ਉਹ ਚਾਈਨਾ ਦੇ ਵਿੱਚ ਨਹੀਂ ਹੈਗਾ, ਠੀਕ ਹੈ। ਸੋ ਇਸ ਕਰਕੇ ਮਾਲਵਾ ਵੀ ਜਿਹੜਾ ਹੈਗਾ ਉਹ ਚਾਈਨਾ 'ਚ ਨਹੀਂ ਹੈਗਾ, ਰਾਈਟ, ਠੀਕ ਹੈ। ਸੋ ਇਸ ਕਰਕੇ ਜਿਹੜੀ ਹੈਗੀ ਆ ਸਮ ਏ ਆਰ ਨਾਟ ਬੀ, ਓਕੇ। ਐਂਡ ਇਸੇ ਤਰ੍ਹਾਂ ਸਿਮਿਲਰਲੀ ਬੀ ਤੋਂ ਗੱਲ ਕੀਤੀ ਜਾਵੇ ਤਾਂ ਬੀ ਆਰ ਸਮ ਬੀ ਆਰ ਨਾਟ ਏ, ਠੀਕ ਹੈ। ਸੋ ਇਹ ਤਿੰਨ ਸਟੇਟਮੈਂਟ ਇੱਥੇ ਜਿਹੜੀਆਂ ਬਣਦੀਆਂ ਵਾ ਉਹ ਡੈਫੀਨੇਟ ਬਣਦੀਆਂ ਵਾ, ਕੋਈ ਇਨਡੈਫੀਨੇਟ ਪੋਸੀਬਿਲਿਟੀ ਵਾਲੀ ਇਹਦੀ ਵਿੱਚ ਜਿਹੜਾ ਹੈਗਾ ਵਾ ਸਵਾਲ ਬਣਦਾ ਹੀ ਨਹੀਂ ਹੈ, ਠੀਕ ਹੈ। ਕਿ ਸਮ ਏ ਆਰ ਬੀ, ਓਕੇ ਯਾਰ ਜਦੋਂ ਹੋ ਹੀ ਨਹੀਂ ਸਕਦਾ ਸਮ ਏ ਆਰ ਬੀ, ਜੇ ਕੋਈ ਪੁੱਛੇ ਵੀ ਇਹਦੀ ਕੋਈ ਪੋਸੀਬਿਲਿਟੀ ਵੀ ਹੈਗੀ ਆ ਨਹੀਂ ਹੈ, ਸਮ ਏ ਆਰ ਬੀ ਕੋਈ ਪੋਸੀਬਿਲਿਟੀ ਨਹੀਂ ਹੈ। ਉਹਨੇ ਕਹਿ ਦਿੱਤਾ ਕਿ ਦੇਖੋ ਦੋਨੋਂ ਜਿਹੜੇ ਹੈਗੇ ਇੱਕ ਦੂਸਰੇ ਨੂੰ ਐਕਸਕਲੂਸਿਵ ਹੈ, ਨੋ ਏ ਆਰ ਬੀ, ਰਾਈਟ, ਠੀਕ ਹੈ। ਸੋ ਇਹ ਜਿਹੜਾ ਹੈਗੀ ਇਹ ਚੀਜ਼ ਗਲਤ ਹੋ ਜਾਂਦੀ ਹੈ, ਠੀਕ ਹੈ। ਸੋ ਕੋਈ ਪੋਸੀਬਿਲਿਟੀ ਜਿਹੜੀ ਹੈਗੀ, ਪੋਸੀਬਿਲਿਟੀ ਨਾਮ ਦੀ ਚੀਜ਼ ਇਸ ਕੰਡੀਸ਼ਨ ਦੇ ਅੰਦਰ ਨਹੀਂ ਰਹਿੰਦੀ, ਲੱਗ ਰਹੀ ਹੈ ਸਮਝ, ਓਕੇ। ਸੋ ਇਹਨੂੰ ਜਦ ਤੁਸੀਂ ਸਮਝ ਲਓਗੇ ਤਾਂ ਅੱਗੇ ਤੁਹਾਨੂੰ ਰੂਲ ਸਮਝਣ ਦੇ ਵਿੱਚ ਜਾਂ ਰੂਲ ਤੋਂ ਉਹ ਰੂਲ ਅਸਲ ਦੇ ਵਿੱਚ ਉਹ ਕਹਿ ਲਓ ਕਿ ਉਹ ਸਹੀ ਵੀ ਆ ਕਿ ਨਹੀਂ ਆ, ਠੀਕ ਹੈ, ਤੁਹਾਨੂੰ ਉਹ ਸਮਝਣ ਦੇ ਵਿੱਚ ਹੈਲਪ ਮਿਲੂਗੀ, ਨਹੀਂ ਤਾਂ ਤੁਹਾਡੀ ਗੱਲ ਸਾਰੀ ਹਵਾ ਦੇ ਵਿੱਚ ਹੀ ਰਹਿ ਜਾਣੀ ਆ, ਰਾਈਟ। ਸੋ ਲਾਸਟ ਇਹਦੇ ਵਿੱਚ ਆ ਜਾਂਦਾ ਵਾ ਸਮ ਏ ਆਰ ਨਾਟ ਬੀ, ਠੀਕ ਹੈ। ਸੋ ਇਹਨੂੰ ਕਿੱਦਾਂ ਰਿਪਰੈਜ਼ੈਂਟ ਕਰਾਂਗੇ ਅਗੇਨ, ਠੀਕ ਹੈ, ਸਮ ਏ ਆਰ ਨਾਟ ਬੀ, ਠੀਕ ਹੈ। ਏ ਜੋ ਹੈ ਸਾਰਾ ਹੈ ਸਰਕਲ ਔਰ ਇਹਦੇ ਅੰਦਰ ਸਮ ਏ ਹੈਗੀ ਆ, ਠੀਕ ਹੈ, ਉਹ ਬੀ ਨਹੀਂ ਹੈਗੀ, ਰਾਈਟ, ਠੀਕ ਹੈ। ਸੋ ਏ ਦਾ ਇਹ ਪੋਰਸ਼ਨ ਜਿਹੜਾ ਹੈਗਾ ਇੱਕ ਸਮ ਏ ਇਟ ਇਜ਼ ਨਾਟ ਬੀ, ਠੀਕ ਹੈ। ਸੋ ਹੁਣ ਇਹਦੇ ਵਿੱਚ ਆਪਾਂ ਦੇਖੋ ਕਿ ਇਹਦੇ ਵਿੱਚ ਸਾਰੀਆਂ ਪੋਸੀਬਿਲਿਟੀਜ਼ ਹੀ ਆ ਰਹੀਆਂ ਨੇ, ਠੀਕ ਹੈ। ਇਹਨੂੰ ਵੀ ਸਮਝਦੇ ਆ ਕਿਉਂ, ਓਕੇ। ਸੋ ਜੇ ਇਸ ਤਰੀਕੇ ਨਾਲ ਹੈ ਸਮ ਏ ਆਰ ਨਾਟ ਬੀ, ਸੋ ਸਮ ਏ ਆਰ ਬੀ ਆਪਾਂ ਕਹਿ ਸਕਦੇ ਹਾਂ, ਠੀਕ ਹੈ, ਸਮ ਏ ਆਰ ਨਾਟ ਬੀ, ਤੇ ਉਹਦੇ ਵਿੱਚੋਂ ਸਿੱਧਾ ਹੀ ਗਿਆ ਵਾ ਸਮ ਏ ਆਰ ਬੀ, ਕੀ ਇਹ ਅਸਿਊਮ ਕਰ ਲੈਣਾ ਚਾਹੀਦਾ ਵਾ, ਠੀਕ ਹੈ। ਕਿਉਂ, ਇਹ ਵੀ ਅਗੇਨ ਜੇ ਤੁਹਾਨੂੰ ਉਹ ਗੱਲ ਸਮਝ ਲੱਗੀ ਹੈ ਜਿੱਦਾਂ ਆਪਾਂ ਕੀਤੀ ਸੀ, ਇਹ ਵੀ ਤਾਂ ਹੋ ਸਕਦਾ ਵਾ, ਠੀਕ ਹੈ, ਕਿ ਆਲ ਏ, ਠੀਕ ਹੈ, ਆਲ ਏ ਆਰ ਨਾਟ ਬੀ, ਠੀਕ ਹੈ। ਉਹ ਉਸ ਚੀਜ਼ ਕਰਕੇ ਜਿਹੜੀ ਹੈਗੀ ਉੱਥੋਂ ਹੀ ਇਹ ਉਹਦਾ ਹੀ ਇੱਕ ਰੂਪ ਹੋਵੇ ਇਹ ਸਮ ਏ ਆਰ ਨਾਟ ਬੀ, ਜਿੱਦਾਂ ਆਪਾਂ ਲਾਸਟ ਸਲਾਈਡ ਦੇ ਵਿੱਚ ਦੇਖਿਆ ਜਦੋਂ ਆਲ ਏ ਜਾਂ ਨੋ ਏ ਆਰ ਬੀ ਆ, ਠੀਕ ਹੈ, ਨੋ ਏ ਆਰ ਬੀ ਆ ਤਾਂ ਉਦੋਂ ਕੀ ਸਾਤੋਂ ਨਿਕਲਦਾ ਵਾ ਸਮ ਏ ਆਰ ਨਾਟ ਬੀ, ਠੀਕ ਹੈ। ਸੋ ਇੱਕ ਤਾਂ ਜੋ ਹੈ ਇਹਦੇ ਵਿੱਚ, ਸੋ ਇੱਕ ਤਾਂ ਜੋ ਹੈ ਸਾਨੂੰ ਇਹਦੇ ਵਿੱਚ ਦਿਖ ਹੀ ਰਿਹਾ ਵਾ, ਠੀਕ ਹੈ, ਕਿ ਸਮ ਏ ਆਰ ਬੀ ਇਜ਼ ਅ ਪੋਸੀਬਿਲਿਟੀ, ਠੀਕ ਹੈ। ਸੋ ਕੁਛ ਏ ਜਿਹੜਾ ਹੈਗਾ ਵਾ ਉਹ ਬੀ ਹੋਏਗਾ ਇਹਦੀ ਪੋਸੀਬਿਲਿਟੀ, ਕਿਉਂਕਿ ਆਪਾਂ ਕਿਹਾ ਕਿ ਇਹ ਵਾਲਾ ਪੋਰਸ਼ਨ ਨਹੀਂ ਹੈਗਾ ਬੀ, ਠੀਕ ਹੈ। ਤਾਂ ਹੋ ਸਕਦਾ ਇਹ ਵਾਲਾ ਹੋਵੇ, ਠੀਕ ਹੈ, ਇਹ ਵਾਲਾ ਪੋਰਸ਼ਨ ਬੀ ਹੋਵੇ, ਠੀਕ ਹੈ, ਬਟ ਇਟ ਇਜ਼ ਅ ਪੋਸੀਬਿਲਿਟੀ, ਕਿਉਂ, ਕਿਉਂਕਿ ਇਹਦਾ ਕਾਰਨ ਇਹ ਵੀ ਆ ਜੋ ਆਪਾਂ ਪਿੱਛੇ ਦੇਖਿਆ ਨੋ ਏ ਆਰ ਬੀ, ਠੀਕ ਹੈ। ਹੋ ਸਕਦਾ ਕਿ ਪੂਰਾ ਏ ਹੀ ਬੀ ਨਾ ਹੋਵੇ, ਠੀਕ ਹੈ, ਤਾਂ ਵੀ ਉਹਦੇ ਤੋਂ ਇਹ ਚੀਜ਼ ਡਰਾਈਵ ਹੋ ਜਾਂਦੀ ਹੈ ਕਿ ਸਮ ਏ ਆਰ ਨਾਟ ਬੀ, ਰਾਈਟ, ਠੀਕ ਹੈ। ਸੋ ਇਸ ਕਰਕੇ ਇਹਨਾਂ ਦੋਨਾਂ ਦੇ ਵਿੱਚੋਂ ਇੱਕ ਦੀ ਪੋਸੀਬਿਲਿਟੀ ਹੈ, ਠੀਕ ਹੈ। ਅੱਗੇ ਇਦਾਂ ਹੀ ਅਗਲੇ ਦੋਨਾਂ ਨੂੰ ਦੇਖੋ, ਆਲ ਬੀ ਆਰ ਏ ਇਜ਼ ਅ ਪੋਸੀਬਿਲਿਟੀ, ਠੀਕ ਹੈ। ਕਿਆ ਇਹ ਹੋ ਸਕਦਾ ਆਲ ਬੀ ਆਰ ਏ, ਠੀਕ ਹੈ, ਹੋ ਸਕਦਾ ਇਹ ਸਾਰਾ ਬੀ ਜਿਹੜਾ ਹੈਗਾ ਉਹ ਏ ਦੇ ਅੰਦਰ ਹੋਵੇ, ਠੀਕ ਹੈ। ਸੋ ਇਹ ਪੋਸੀਬਿਲਿਟੀ ਹੈਗੀ ਹੈ ਸਮ ਬੀ ਆਰ ਏ ਇਜ਼ ਅ ਪੋਸੀਬਿਲਿਟੀ, ਠੀਕ ਹੈ। ਜਾਂ ਜਿਹੜਾ ਹੈਗਾ ਵਾ ਉਹ ਬੀ ਜਿਹੜਾ ਹੈਗਾ ਵਾ ਉਹ ਮਤਲਬ ਥੋੜਾ ਹੀ ਬੀ ਜਿਹੜਾ ਹੈਗਾ ਉਹ ਏ ਹੋਵੇ, ਰਾਈਟ। ਜਾਂ ਤੁਸੀਂ ਇਹਨੂੰ ਮੰਨ ਲਓ ਅਗਰ ਇਸੇ ਚੀਜ਼ ਨੂੰ ਤੁਸੀਂ ਇੱਥੇ ਮੰਨ ਲਓ ਬੀ ਇਹ ਲਗਾ ਕੇ ਦੇਖੋ ਕਿ ਵਿਚ ਇਜ਼ ਨਾਟ ਬੀ, ਠੀਕ ਹੈ। ਸੋ ਇਸ ਤਰੀਕੇ ਨਾਲ ਤੁਸੀਂ ਸਮਝ ਸਕਦੇ ਆ, ਠੀਕ ਹੈ, ਸਮ ਬੀ ਆਰ ਏ। ਸੋ ਇਹ ਵੀ ਦੋਨੋਂ ਪੋਸੀਬਿਲਿਟੀ ਹੈ ਬਟ ਕਨਫਰਮ ਹੋ ਕੇ ਨਹੀਂ ਕਿਹਾ ਜਾ ਸਕਦਾ, ਰਾਈਟ, ਠੀਕ ਹੈ। ਨੋ ਬੀ ਆਰ ਏ ਇਜ਼ ਅ ਪੋਸੀਬਿਲਿਟੀ, ਠੀਕ ਹੈ, ਕਿ ਕੋਈ ਵੀ ਜਿਹੜਾ ਬੀ ਹੈ ਉਹ ਏ ਨਹੀਂ ਹੈ, ਠੀਕ ਹੈ। ਸੋ ਇਹ ਵੀ ਇੱਕ ਪੋਸੀਬਿਲਿਟੀ ਹੈ, ਠੀਕ ਹੈ, ਬਟ ਇਹਦੀ ਦੂਸਰੀ ਪੋਸੀਬਿਲਿਟੀ ਕੀ ਹੈ ਸਮ ਬੀ ਆਰ ਨਾਟ ਏ, ਰਾਈਟ। ਸੋ ਕੁਆਇਟ ਲਾਈਕ ਜਿੱਦਾਂ ਆਪਾਂ ਪਹਿਲਾਂ ਕੀਤੀਆਂ ਹੋਈਆਂ ਵਾ ਗੱਲਾਂ, ਸੋ ਇਹਦੇ ਵਿੱਚ ਪੋਸੀਬਿਲਿਟੀਜ਼ ਨਿਕਲਦੀਆਂ ਵਾ, ਕੁਝ ਵੀ ਡੈਫੀਨੇਟ ਨਹੀਂ ਕਿਹਾ ਜਾ ਸਕਦਾ, ਰਾਈਟ।
ਓਕੇ ਠੀਕ ਹੈ। ਸੋ ਹੁਣ ਆਪਾਂ ਇੱਥੋਂ ਅੱਗੇ ਗੱਲ ਕਰਦੇ ਹਾਂ ਠੀਕ ਹੈ। ਸੋ ਆਪਾਂ ਹਾਲੇ ਤੱਕ ਕੀ ਦੇਖੇ, ਉਹ ਮੇਨ 4 ਜਿਹੜੇ ਰਿਲੇਸ਼ਨਸ ਦੇਖੇ, ਜਿਹੜੇ 2 ਐਲੀਮੈਂਟਸ A ਔਰ B ਦੇ ਵਿੱਚ ਹੋ ਰਿਹਾ ਵਾ, ਔਰ ਸਮਝੇ ਕਿ ਠੀਕ ਹੈ। ਸੋ ਇੱਕ ਜਿਹੜਾ ਹੈਗਾ ਵਾ ਉਤੋਂ ਸਾਨੂੰ ਕੀ ਕੀ ਕਨਕਲੂਜਨ ਨਿਕਲਦੇ ਆ, ਕਿਹੜੀਆਂ ਪੋਸੀਬਿਲਿਟੀਜ਼ ਕਨਕਲੂਜਨ ਨਿਕਲਦੇ ਆ, ਕਿਹੜੇ ਡੈਫੀਨੇਟ ਕਨਕਲੂਜਨ ਨਿਕਲਦੇ ਆ, ਰਾਈਟ ਠੀਕ ਹੈ। ਜੇ ਉਹ ਤੁਹਾਨੂੰ ਸਮਝ ਲੱਗ ਗਿਆ ਵਾ ਠੀਕ ਹੈ, ਪਰ ਹਰ ਵਾਰੀ ਜਿਹੜੀ ਹੈਗੀ ਅਸੀਂ ਇੰਨੀ ਮਗਜਮਾਰੀ ਨਹੀਂ ਕਰ ਸਕਦੇ ਠੀਕ ਹੈ। ਐਗਜ਼ਾਮ ਦੇ ਵਿੱਚ ਸਾਨੂੰ ਕੁਇਕਲੀ ਆਨਸਰ ਚਾਹੀਦਾ ਵਾ ਠੀਕ ਹੈ। ਸੋ ਉਹਦੇ ਲਈ ਆਪਾਂ ਕੀ ਬਣਾਏ ਆ, ਉਹਦੇ ਲਈ ਆਪਾਂ ਰੂਲ ਬਣਾਏ ਆ, 3 ਰੂਲ ਠੀਕ ਹੈ, ਜਿਹਦੇ ਬਾਰੇ ਹੁਣ ਤੁਸੀਂ ਜਾਣੋਗੇ ਪੜੋਗੇ। ਓਕੇ ਸੋ 3 ਰੂਲ ਕਿਹੜੇ ਆ ਆਪਾਂ ਡਿਸਕਸ ਕਰਦੇ ਆ ਠੀਕ ਹੈ। So whenever there is no relation between any 2 elements according to a Venn diagram ਠੀਕ ਹੈ, ਜਦੋਂ ਕੋਈ ਰਿਲੇਸ਼ਨ ਨਾ ਹੋਵੇ 2 ਐਲੀਮੈਂਟਸ ਦੇ ਅੰਦਰ ਠੀਕ ਹੈ, ਵੈਨ ਡਾਇਗਰਾਮ ਦੇ ਹਿਸਾਬ ਦੇ ਨਾਲ ਠੀਕ ਹੈ। ਨੋ ਰਿਲੇਸ਼ਨ ਦੇ ਵਿੱਚ ਮਤਲਬ ਨਾ ਪੋਜ਼ਿਟਿਵ ਰਿਲੇਸ਼ਨ ਹੋਵੇ ਠੀਕ ਹੈ, ਨਾ ਨੈਗੇਟਿਵ ਰਿਲੇਸ਼ਨ ਹੋਵੇ ਠੀਕ ਹੈ। ਮਤਲਬ ਜੇ ਉਹਨੇ ਇਹ ਵੀ ਇਹ ਕਹਿ ਦਿੱਤਾ ਨਾ ਨੋ A ਆਰ B ਠੀਕ ਹੈ, ਸੋ ਇਹਦਾ ਮਤਲਬ ਇਹ ਨਾ ਸਮਝੋ ਕਿ ਉਹਨਾਂ ਦੇ ਵਿੱਚ ਕੋਈ ਰਿਲੇਸ਼ਨ ਨਹੀਂ ਹੈ ਠੀਕ ਹੈ। ਰਿਲੇਸ਼ਨ ਹੈ ਕਿ ਨੋ A ਆਰ B ਠੀਕ ਹੈ, ਕਿ ਕੋਈ ਵੀ ਜਿਹੜਾ A ਆ ਉਹ B ਨਹੀਂ ਹੈ, ਇੱਕ ਰਿਲੇਸ਼ਨ ਹੀ ਦਿੱਤਾ ਗਿਆ ਹੈ ਬਟ ਇਟ ਇਜ਼ ਅ ਨੈਗੇਟਿਵ ਰਿਲੇਸ਼ਨ ਠੀਕ ਹੈ। ਓਕੇ ਸੋ ਇਸ ਕਰਕੇ ਜਦੋਂ ਕੋਈ ਰਿਲੇਸ਼ਨ ਨਾ ਦਿੱਤਾ ਹੋਵੇ ਠੀਕ ਹੈ 2 ਤਰ੍ਹਾਂ ਦੇ ਐਲੀਮੈਂਟਸ ਦੇ ਵਿੱਚ, then all type of definite conclusion will be treated wrong ਠੀਕ ਹੈ। ਜਿਹੜੇ ਡੈਫੀਨੇਟ ਕਨਕਲੂਜਨ ਇਹ ਤੋਂ ਆਪਾਂ ਕੱਢਾਂਗੇ ਠੀਕ ਹੈ, ਸੋ ਅਗਲਾ ਕੁਐਸਚਨ ਦੇਖਾਂਗੇ ਤੁਹਾਨੂੰ ਸਮਝ ਲੱਗੂਗਾ। ਸੋ ਉਹ ਸਾਰੇ ਜਿਹੜੇ ਡੈਫੀਨੇਟ ਕਨਕਲੂਜਨ ਆ ਉਹ ਰੋਂਗ ਹੋਣਗੇ, ਜਦਕਿ ਪੋਸੀਬਲ ਕਨਕਲੂਜਨ ਬਿਟਵੀਨ ਦਾ ਸੇਮ ਵਿਲ ਬੀ ਟ੍ਰੀਟਡ ਟਰੂ ਠੀਕ ਹੈ। ਜਿਹੜੇ ਪੋਸੀਬਲ ਕਨਕਲੂਜਨਸ ਨੇ ਜਾਂ ਜਿਹੜੇ ਇਨਡੈਫੀਨੇਟ ਕਨਕਲੂਜਨ ਨੇ ਉਹ ਜਿਹੜੇ ਹੈਗੇ ਆ ਉਹ ਸਹੀ ਹੋਣਗੇ, ਰਾਈਟ। ਸੋ ਇਹਨੂੰ ਅੱਗੇ ਦੇਖਦੇ ਹਾਂ ਆਪਾਂ ਕੁਐਸਚਨ ਦੇ ਅੰਦਰ ਠੀਕ ਹੈ। ਸੋ ਸਟੇਟਮੈਂਟ ਕੀ ਹੈ ਇਹਦੀ, ਸਟੇਟਮੈਂਟ राइट स्टेटमेंट सम A आर B सम B आर C सम C आर D ठीक है। सो टिपिकली यदि जो वेन डायग्राम बनेगी इस तरीके ना बनेगी ठीक है। दिस इज A, दिस इज B, दिस इज C एंड दिस इज D ठीक है। सम A आर B ठीक है। सो इस पोर्शन ते फोकस देन इस ते उत्ते then finally on this ठीक है। some A आर B some B आर C and some C आर D ठीक है, ये ਤੁਹਾਡਾ D ਹੈ ਰਾਈਟ। ਸੋ ਇਹ ਸਾਡੀ ਹੋ ਗਈ ਵੈਨ ਡਾਇਗਰਾਮ ਠੀਕ ਹੈ। ਸੋ ਹੁਣ ਇਹਦੇ ਵਿੱਚ ਕਨਕਲੂਜਨ ਦੇਖਣੇ ਆ, ਔਰ ਕਨਕਲੂਜਨ ਦੇ ਵਿੱਚ ਆਪਾਂ ਜੋ ਪਿੱਛੇ ਲਾ ਕੇ ਆਏ ਆ ਪ੍ਰਿੰਸੀਪਲ ਉਹਨੂੰ ਯੂਜ਼ ਕਰਨਾ ਹੈ, ਸਮ A ਆਰ C ਠੀਕ ਹੈ। ਹੁਣ ਇੱਥੇ ਸਾਨੂੰ ਦੇਖ ਰਿਹਾ ਵਾ ਕਿ A ਐਂਡ C ਦੇ ਵਿੱਚ ਕੋਈ ਕਿਆ ਲਿੰਕ ਦਿੱਤਾ ਹੋਇਆ ਵਾ ਸਟੇਟਮੈਂਟ ਦੇ ਅੰਦਰ ਠੀਕ ਹੈ। A ਔਰ B ਨੂੰ ਕਿਤੇ ਵੀ ਜਿਹੜਾ ਜੁੜਦਾ ਨਹੀਂ ਹੈ, ਇੱਕ ਦੇ ਵਿੱਚ A ਔਰ B ਦੇ ਵਿੱਚ ਬਾਰੇ ਗੱਲ ਕੀਤੀ ਗਈ ਹੈ, ਦੂਜੇ ਬਾਰੇ B ਤੇ C ਦੀ ਗੱਲ ਕੀਤੀ ਗਈ ਹੈ, ਤੀਜੇ ਬਾਰੇ C ਤੇ D ਦੀ ਗੱਲ ਕੀਤੀ ਗਈ ਹੈ ਰਾਈਟ। ਸੋ ਸਿੱਧਾ ਜਿਹੜਾ ਹੈਗਾ ਵਾ A ਔਰ C 'ਚ ਕੋਈ ਰਿਲੇਸ਼ਨ ਸਾਨੂੰ ਨਹੀਂ ਮਿਲਦਾ ਰਾਈਟ। ਸੋ ਇਸ ਕਰਕੇ ਜਿੰਨੀਆਂ ਵੀ ਇਹਦੇ ਵਿੱਚ ਡੈਫੀਨੇਟ ਅਗਰ ਹੋਏਗੀ ਗੱਲ ਠੀਕ ਹੈ, ਜਿਹੜਾ ਡੈਫੀਨੇਟ ਕਨਕਲੂਜਨ ਹੈ, ਜਿੱਦਾਂ ਹੁਣ ਪਹਿਲੀ ਚੀਜ਼ ਹੈ ਇਹ ਡੈਫੀਨੇਟ ਆ ਠੀਕ ਹੈ, ਇੱਥੇ ਕੈਨ ਮੇ ਜਾਂ ਪੋਸੀਬਲ ਨਹੀਂ ਲੱਗਾ, ਉਹਦੀ ਐਬਸੈਂਸ ਹੈ, ਸੋ ਇਹਦਾ ਇਹ ਕੀ ਹੈ ਡੈਫੀਨੇਟ ਕਨਕਲੂਜਨ ਹੈ। ਸੋ ਸਮ A ਆਰ C ਠੀਕ ਹੈ, ਇਹ ਜਿਹੜਾ ਆਏਗਾ ਇਹ ਰੋਂਗ ਆਏਗਾ ਕਿਉਂਕਿ ਕੋਈ ਵੀ ਡੈਫੀਨੇਟ ਕਨਕਲੂਜਨ ਨਹੀਂ ਇਹਦਾ ਸਹੀ ਹੋ ਸਕਦਾ ਠੀਕ ਹੈ। ਸੋ ਅੱਗੇ ਜਿਹੜਾ ਦੇਖਣਾ ਵਾ ਸਮ B ਆਰ ਨਾਟ D, ਕੁਛ ਜਿਹੜੇ B ਆ ਉਹ D ਨਹੀਂ ਆ। ਸੋ ਅਗੇਨ ਇਹਨਾਂ ਦੋਨਾਂ ਦੀ ਐਲੀਮੈਂਟਸ ਦੀ ਗੱਲ ਕੀਤੀ ਗਈ B ਐਂਡ D, ਔਰ ਇਹ ਆਪਸ ਦੇ ਵਿੱਚ ਕੀ ਨੇ ਠੀਕ ਹੈ। ਸੋ ਆਪਸ ਦੇ ਵਿੱਚ ਤੁਸੀਂ ਦੇਖੋਗੇ ਕਿ ਇਹ ਇੱਕ ਦੂਸਰੇ ਦੇ ਨਾਲ ਸਾਨੂੰ ਨਹੀਂ ਦਿੱਤੇ ਗਏ, ਇਹਦੇ ਵਿੱਚ ਰਿਲੇਸ਼ਨ ਕੋਈ ਨਹੀਂ ਦਿੱਤਾ ਗਿਆ B ਦਾ D ਨਾਲ, B ਦਾ C ਨਾਲ ਦਿੱਤਾ ਗਿਆ, B ਦਾ A ਨਾਲ ਦਿੱਤਾ ਗਿਆ, ਪਰ B ਦਾ D ਨਾਲ ਨਹੀਂ ਦਿੱਤਾ ਗਿਆ। ਸੋ ਅਗੇਨ ਇਹਦਾ ਮਤਲਬ ਡੈਫੀਨੇਟ ਕਨਕਲੂਜਨ ਦੀ ਇੱਥੇ ਨਾਲੇ ਗੱਲ ਹੋ ਰਹੀ ਹੈ, ਸਮ B ਆਰ ਨਾਟ D ਠੀਕ ਹੈ। ਕੈਨ ਮੇ ਪੋਸੀਬਲੀ ਦਾ ਯੂਜ਼ ਨਹੀਂ ਹੈਗਾ, ਸੋ ਇਸ ਕਰਕੇ ਇਹ ਵੀ ਰੋਂਗ ਹੋ ਗਿਆ। ਫਿਰ A ਔਰ D ਦੀ ਪੁੱਛੀ ਗਈ ਹੈ ਠੀਕ ਹੈ, A ਐਂਡ D ਦੇ ਵਿੱਚ ਵੀ ਕੋਈ ਸਿੱਧਾ ਨਹੀਂ ਦਿੱਤਾ ਹੋਇਆ ਠੀਕ ਹੈ, ਸੋ ਇਹ ਵੀ ਹੋ ਗਿਆ ਰੋਂਗ। ਸਮ D ਆਰ A, ਅਗੇਨ A ਔਰ D ਦੀ ਗੱਲ ਆ ਗਈ ਠੀਕ ਹੈ, ਡੈਫੀਨੇਟ ਕਨਕਲੂਜਨ ਹੈ, ਸੋ ਇਹ ਵੀ ਹੋ ਗਿਆ ਰੋਂਗ ਠੀਕ ਹੈ। ਆਲ C ਆਰ A ਠੀਕ ਹੈ, ਹੁਣ C ਤੇ A ਦੇ ਵਿਚਕਾਰ ਇਹਦੇ ਵਿੱਚ ਵੀ ਕੋਈ ਕਨਕਲੂਜਨ ਨਹੀਂ ਹੈ, ਇਹ ਵੀ ਹੋ ਗਿਆ ਰੋਂਗ ਠੀਕ ਹੈ। ਸੋ ਫਾਈਨਲੀ ਕੀ ਆ ਸਮ A ਮੇ ਬੀ D, ਹੁਣ ਇੱਥੇ ਆ ਗਿਆ ਮੇ ਬੀ ਰਾਈਟ। ਇਹ ਸਾਰੇ ਸੀਗੇ ਡੈਫੀਨੇਟ ਕਨਕਲੂਜਨ, ਇਸ ਕਰਕੇ ਇਹ ਹੋ ਗਏ ਰੋਂਗ ਠੀਕ ਹੈ। ਹੁਣ ਅੱਗੇ ਆ ਜਾਓ 6ਵੇਂ ਕੁਐਸਚਨ ਦੇ ਉੱਤੇ, ਸਮ A ਮੇ ਬੀ D ਠੀਕ ਹੈ,
A ਔਰ D ਨੂੰ ਜਿਹੜਾ ਹੈਗਾ ਵਾ ਉਹ ਰਿਲੇਸ਼ਨ ਕੀਤਾ ਗਿਆ ਵਾ ਓਕੇ A ਔਰ D ਦਾ ਬਟ ਅਗੇਨ ਇਹਨਾਂ ਦੇ ਵਿੱਚ ਕੋਈ ਰਿਲੇਸ਼ਨ ਦਿੱਤਾ ਨਹੀਂ ਗਿਆ ਸੋ ਇਸ ਕਰਕੇ ਇਹਦੇ ਵਿੱਚ ਆਪਾਂ ਲਗਾਵਾਂਗੇ ਸਹੀ ਕਿਉਂਕਿ ਇੱਥੇ ਹੈਗੀ ਆ ਪੋਸਿਬਿਲਿਟੀ ਮੇ ਔਰ ਕੈਨ ਦੀ ਠੀਕ ਹੈ ਇੱਥੇ ਕੋਈ ਫਿਕਸ ਨਹੀਂ ਹੈਗਾ ਰਾਈਟ ਸੋ ਸਿਮਿਲਰਲੀ ਅੱਗੇ ਤੁਸੀਂ B ਐਂਡ D ਦੇਖੋਗੇ ਐਂਡ ਵਿੱਚ ਕੈਨ ਆ ਕੈਨ ਮਤਲਬ ਇਨਡੈਫੀਨੇਟ ਸੋ B ਐਂਡ D ਦੇ ਵਿੱਚ ਵੀ ਜਿਹੜੀ ਹੈਗੀ ਇਹ ਪੋਸਿਬਿਲਿਟੀ ਹੋਏਗੀ ਰਾਈਟ ਠੀਕ ਹੈ ਦਿਸ ਇਜ਼ ਟਰੂ ਸਿਮਿਲਰਲੀ ਦੈਨ A ਐਂਡ C ਦੇ ਵਿੱਚ ਪੋਸਿਬਿਲਿਟੀ ਵਰਡ ਆ ਗਿਆ ਨਾਲ ਠੀਕ ਹੈ all C are A is a possibility of course this can be true ਠੀਕ ਹੈ ਸੋ ਕੀ ਸੀਗਾ ਸਾਡਾ ਮੈਂ ਤੁਹਾਨੂੰ ਦੁਬਾਰਾ ਦੱਸ ਦਿੰਦਾ ਵਾਂ ਪਿੱਛੇ ਸਾਡਾ ਜੋ ਰੂਲ ਸੀਗਾ ਜਦੋਂ ਕੋਈ ਰਿਲੇਸ਼ਨ ਨਹੀਂ ਹੈਗਾ ਬਿਟਵੀਨ ਟੂ ਐਲੀਮੈਂਟਸ ਠੀਕ ਹੈ ਜਦੋਂ ਕੋਈ ਰਿਲੇਸ਼ਨ ਨਹੀਂ ਹੈਗਾ according to Venn diagram then all types of definite conclusion will be treated as wrong ਜਿੱਦਾਂ ਆਪਣੇ 1 ਤੋਂ ਲੈ ਕੇ 5 ਤੱਕ ਹੋ ਗਏ ਗਲਤ wrong ਹੋ ਗਏ ਹਨਾ ਠੀਕ ਹੈ ਸੋ ਜਦ ਕਿ ਜਿਹੜੇ possible conclusion ਆ ਉਹ ਜਿਹੜੇ ਹੋਣਗੇ true right so further D and A is a possibility D and A ਵੀ ਇੱਕ ਵਧੀਆ possibility ਹੈ some A may not be C ਠੀਕ ਹੈ ਹੁਣ A ਤੇ C ਨੂੰ ਇਹਦੇ ਵਿੱਚ ਕੀਤਾ ਗਿਆ ਵਾ ਰਾਈਟ ਠੀਕ ਹੈ ਸੋ ਆਪਾਂ ਸਿੰਪਲੀ ਆਪਾਂ ਕੋਈ ਦਿਮਾਗ ਨਹੀਂ ਇਹਦੇ ਉੱਤੇ ਖਰਚ ਕਰਨਾ ਜਿੱਦਾਂ ਮੈਂ ਕਿਹਾ ਕਿ ਰੂਲਸ ਜਿਹੜੇ ਆ ਉਹ ਮਤਲਬ ਤੁਹਾਨੂੰ ਸਿੱਧਾ ਹੀ ਜਿਹੜਾ ਹੈਗਾ ਆਨਸਰ ਤੇ ਪਹੁੰਚਾਉਣ ਦੇ ਲਈ ਆ ਸੋ ਤੁਸੀਂ A ਐਂਡ C ਦੇਖਿਆ ਇੱਥੇ ਸਿੱਧਾ ਹੀ ਠੀਕ ਹੈ ਤੁਹਾਨੂੰ ਪਤਾ ਲੱਗ ਗਿਆ ਵੀ ਤੁਸੀਂ ਤੇ ਕੀ ਡਿਸੀਜਨ ਲੈਣਾ ਵਾ ਓਕੇ ਸੋ ਕਰ ਸਕਦੇ ਆ ਠੀਕ ਹੈ ਇਹ ਪੋਸੀਬਲ ਹੈ ਤਾਂ ਯੈਸ ਰਾਈਟ ਹੁਣ ਆਪਾਂ ਚੱਲਦੇ ਹਾਂ ਰੂਲ ਨੰਬਰ 2 ਦੇ ਉੱਤੇ ਠੀਕ ਹੈ ਰੂਲ ਨੰਬਰ 1 ਆ ਗਿਆ ਨਾ ਸਮਾਂ ਜਦੋਂ ਜਿੱਥੇ ਰਿਲੇਸ਼ਨ ਨਹੀਂ ਦਿੱਤਾ ਹੋਇਆ ਵੈਨ ਡਾਇਗਰਾਮ ਦੇ ਵਿੱਚ ਰਿਲੇਸ਼ਨ ਨਹੀਂ ਪਤਾ ਲੱਗਦਾ ਸਾਨੂੰ ਦੋ ਐਲੀਮੈਂਟਸ ਦਾ ਤਾਂ ਉਹਨਾਂ ਦੇ ਅੰਦਰ ਆਪਾਂ ਕੋਈ ਵੀ ਡੈਫੀਨੇਟ ਕਨਕਲੂਜਨ ਨਹੀਂ ਡਰਾ ਕਰ ਸਕਦੇ ਠੀਕ ਹੈ ਇਨਡੈਫੀਨੇਟ ਕਰ ਸਕਦੇ ਆ ਪੋਸਿਬਿਲਿਟੀ ਕਰ ਸਕਦੇ ਆ ਹੁਣ ਆਉਂਦੀ ਹੈ ਗੱਲ ਰੂਲ 2 ਦੀ ਸੈਕੰਡ ਰੂਲ ਦੀ whenever we will be required to draw a true conclusion regarding the blank space in any Venn diagram ਠੀਕ ਹੈ ਸੋ ਸਾਨੂੰ ਜਦੋਂ ਕੀ ਹੈ ਕਿ conclusion blank space ਤੋਂ ਕੱਢਣਾ ਹੋਵੇ ਕਿਸੇ Venn diagram ਤੇ we will have to use the word possibility otherwise the conclusion would be treated as wrong ਠੀਕ ਹੈ ਫਿਰ ਸਾਨੂੰ ਉਹਨੂੰ possibility ਦਿਖਾਉਣੀ ਪਏਗੀ ਰਾਈਟ ਠੀਕ ਹੈ ਸੋ ਕਿਸ ਤਰੀਕੇ ਦੇ ਨਾਲ ਜੇ ਇਸ ਤਰੀਕੇ ਦੇ ਨਾਲ ਮੰਨ ਲਓ ਕਿ ਆਪਾਂ ਗੱਲ ਕਰ ਰਹੇ ਸੀਗੇ ਠੀਕ ਹੈ ਸੋ ਸਮ ARB ਜਿਹੜਾ ਕੁਐਸਚਨ ਸੀਗਾ ਸਮ ARB ਠੀਕ ਹੈ ਸਮ ARB ਠੀਕ ਹੈ ਸੋ ਇਹਦੇ ਵਿੱਚ ਆਪਾਂ ਕੀ ਆਪਾਂ ਜੋ ਕਨਕਲੂਜਨ ਕਿੱਦਾਂ ਕੱਢ ਰਹੇ ਸੀਗੇ ਸੋ ਇਹਦੇ ਵਿੱਚ ਅਗਰ ਆਪਾਂ ਦੇਖਣਾ ਹੋਵੇ ਸਮ ਜਿੱਦਾਂ ਆਪਾਂ ਨੂੰ ਦੇਖ ਹੀ ਰਿਹਾ ਵਾ ਠੀਕ ਹੈ ਕਿ ਸਮ A are not B ਠੀਕ ਹੈ ਸਮ A are not B ਆਪਾਂ ਨੂੰ ਦਿਖ ਰਿਹਾ ਵਾ ਓਕੇ ਠੀਕ ਹੈ ਸੋ ਹੁਣ ਜਿਹੜਾ ਆਪਣਾ ਪਹਿਲੀ ਗੱਲ ਇਹ ਕੀ ਹੈ ਕਿ ਕੋਈ ਜੋ ਆਪਣਾ ਹਿੰਟ ਕਹਿ ਰਿਹਾ ਕਿ ਆਪਾਂ ਨੂੰ ਇੱਥੇ ਦੇਖੋ ਆਪਾਂ ਨੂੰ ਇੱਥੇ ਜਿਹੜਾ ਹੈਗਾ ਵਾ ਉਹ ਬਲੈਂਕ ਸਪੇਸ ਦੇ ਉੱਤੇ ਜਾ ਰਿਹਾ ਨਾ ਆਪਣਾ ਫੋਕਸ ਸਮ A are not B ਠੀਕ ਹੈ ਮਤਲਬ ਇਸ ਪੋਰਸ਼ਨ ਦੀ ਗੱਲ ਹੋ ਰਹੀ ਹੈ ਸਮ A are not B ਠੀਕ ਹੈ ਇਹ ਜਿਹਦੇ ਉੱਤੇ ਪਹਿਲਾਂ ਸਟੇਟਮੈਂਟ ਦਿੱਤੀ ਗਈ ਹੈ ਸਮ ARB ਉਹਨੂੰ ਆਪਾਂ ਤਾਂ ਬਿਲਕੁਲ ਇਹ ਲਾਈਨਾਂ ਦੇ ਨਾਲ ਕਰ ਲਿਆ ਵੀ ਇੱਥੇ ਫੋਕਸ ਹੈ ਸਟੇਟਮੈਂਟ ਦਾ ਠੀਕ ਹੈ ਸੋ ਇਹਦੇ ਵਿੱਚੋਂ ਇਹ ਕਹਿ ਦੇਣਾ ਕਿ ਸਮ A are not B ਡੈਫੀਨੇਟਲੀ ਠੀਕ ਹੈ ਸੋ ਇਹ ਕੀ ਹੈ ਇਸ ਰੂਲ ਦੇ ਮੁਤਾਬਕ ਗਲਤ ਹੋਏਗਾ ਡੈਫੀਨੇਟਲੀ ਨਹੀਂ ਕਹਿ ਸਕਦੇ ਇਹਦੇ ਵਿੱਚ ਜੇ ਤੁਸੀਂ ਪਿੱਛੇ ਪੋਸਿਬਿਲਿਟੀ ਲਾ ਦਿਓ ਠੀਕ ਹੈ ਪੋਸੀਬਲੀ ਲਾ ਦਿਓ ਠੀਕ ਹੈ ਸਮ A are not B ਪੋਸੀਬਲੀ ਠੀਕ ਹੈ ਸੋ that is true ਠੀਕ ਹੈ ਪਰ ਜਦੋਂ ਇਹਨੂੰ ਐਬਸੋਲੂਟ ਦੀ ਕਰਨ ਦੀ ਗੱਲ ਕਰਾਂਗੇ ਠੀਕ ਹੈ ਸੋ ਉਹ ਜਿਹੜਾ ਹੈਗਾ ਡੈਫੀਨੇਟ ਗੱਲ ਕਰਨ ਦੀ ਕਰਾਂਗੇ ਉਹ ਹੋ ਜਾਏਗਾ wrong ਠੀਕ ਹੈ ਸਮਝ ਲੱਗੀ ਸਾਡਾ ਇੱਥੇ ਫੋਕਸ ਕਿੱਥੇ ਜਾ ਰਿਹਾ ਜਦੋਂ ਅਸੀਂ ਇਹ ਪੜ੍ਹ ਰਹੇ ਹਾਂ ਸਮ A are not B ਠੀਕ ਹੈ ਸਾਡਾ ਫੋਕਸ ਕਿੱਥੇ ਜਾ ਰਿਹਾ ਵਾ ਇੱਥੇ ਜਾ ਰਿਹਾ ਵਾ ਠੀਕ ਹੈ ਇਹ ਤਾਂ B ਵਾਲਾ ਏਰੀਆ ਹੈ that is good ਬਟ ਇਹ ਸਾਡਾ ਫੋਕਸ ਇੱਥੇ ਜਾ ਰਿਹਾ ਬਾਕੀ ਦੇ ਉੱਤੇ ਠੀਕ ਹੈ ਸੋ ਜਦੋਂ ਇਹਦਾ ਬਾਕੀ ਰੈਸਟ ਬਲੈਂਕ ਸਪੇਸ ਦੇ ਉੱਤੇ ਸਾਡਾ ਜਾਂਦਾ ਹੋਵੇ ਤਾਂ ਸਾਨੂੰ ਕੀ ਕਰਨਾ ਚਾਹੀਦਾ ਵਾ ਸਾਨੂੰ ਉਹਨੂੰ ਪੋਸਿਬਿਲਿਟੀ ਦੇ ਵਿੱਚ ਲੈਣਾ ਚਾਹੀਦਾ ਵਾ ਨਾ ਕਿ ਉਹਨੂੰ ਡੈਫੀਨੇਟ ਦੇ ਅੰਦਰ ਰਾਈਟ ਸੋ ਅੱਗੇ ਦੇਖਦੇ ਹਾਂ ਐਗਜ਼ਾਮਪਲ ਦੇ ਵਿੱਚ ਠੀਕ ਹੈ ਚੰਗੀ ਤਰ੍ਹਾਂ
ਸੋ ਸਟੇਟਮੈਂਟ ਕੀ ਹੈ, ਸਮ A ਆਰ B all C ਆਰ B। ਠੀਕ ਹੈ, ਸਮ ਦੇ ਕੇਸ ਦੇ ਵਿੱਚ ਆਪਾਂ ਕਿੱਦਾਂ ਡਰਾ ਕਰਦੇ ਹਾਂ, ਸਮ A ਆਰ B all C ਆਰ B। ਠੀਕ ਹੈ, C ਜਿਹੜੀ ਆ ਉਹ B ਦੇ ਅੰਦਰ। ਠੀਕ ਹੈ, ਸੋ ਇੱਕ ਤਰ੍ਹਾਂ ਸਾਨੂੰ ਇੱਥੇ ਕਿਹੜੇ ਕਿਹੜੇ ਏਰੀਆ ਦਾ ਜਿਹੜਾ ਹੈਗਾ ਉਹ ਦਿੱਤਾ ਗਿਆ। ਠੀਕ ਹੈ, ਸਾਨੂੰ C ਦੇ ਬਾਰੇ ਦੱਸਿਆ ਗਿਆ ਵਾ, ਓਕੇ, ਔਰ A B ਦੇ ਬਾਰੇ ਦੱਸਿਆ ਗਿਆ ਵਾ, ਰਾਈਟ। ਕਿਆ ਤੁਹਾਨੂੰ ਵਿਜ਼ੀਬਲ ਵੀ ਹੈ, ਕਿਉਂਕਿ ਮੋਬਾਈਲ ਸਕਰੀਨ ਦੇ ਉੱਤੇ ਬਹੁਤ ਛੋਟਾ ਹੋ ਜਾਂਦਾ ਹੋਏਗਾ। ਸੋ ਮੈਂ ਇੱਕ ਵਾਰੀ ਦੁਬਾਰਾ ਲਿਖ ਦਿੰਦਾ ਮੈਂ ਥੋੜਾ ਵੱਡਾ ਬਣਾ ਕੇ। ਓਕੇ, ਸੋ ਇਹ ਜਿਹੜਾ ਹੈਗਾ ਸਾਡਾ ਬਣ ਗਿਆ ਵੈਨ ਡਾਇਗਰਾਮ। ਠੀਕ ਹੈ, ਸੋ ਇੱਥੇ ਫੋਕਸ ਸਟੇਟਮੈਂਟ ਦਾ ਫੋਕਸ ਕਿੱਥੇ ਆ, ਸਮ A ਆਰ B। ਠੀਕ ਹੈ, ਇੱਥੇ ਫੋਕਸ ਆ ਐਂਡ ਆਲ C ਆਰ B, ਇੱਥੇ ਫੋਕਸ ਆ, ਰਾਈਟ। ਸੋ ਹੁਣ ਆਪਾਂ ਗੱਲ ਕਰਨੀ ਆ, ਠੀਕ ਹੈ, ਆਪਣਾ ਹੁਣ ਦੇਖੋ ਕਨਕਲੂਜਨ ਕਿ ਸਮ A ਆਰ B ਤੇ ਸਮ B ਆਰ A ਨੈਚੁਰਲੀ ਆ। ਠੀਕ ਹੈ, ਇੱਕੋ ਹੀ ਲਾਈਨ ਤੋਂ ਇਹ ਕਨਕਲੂਜਨ ਡਰਾਅ ਕਰਨਾ ਕੋਈ ਵੱਡੀ ਗੱਲ ਨਹੀਂ ਹੈ। ਸਮ C ਆਰ A, ਠੀਕ ਹੈ, ਇੱਥੇ ਜ਼ਰੂਰ ਹੈ ਕਿ C ਔਰ A ਇਨਵੋਲਵ ਨੇ। ਠੀਕ ਹੈ, ਸਮ C ਆਰ A, ਕੀ ਕਹੋਗੇ C ਦੇ ਬਾਰੇ, C ਔਰ A ਕਿਸੇ ਤਰ੍ਹਾਂ ਹੈਗੇ ਆ, ਦੇਖੋ ਲਿੰਕਡ। ਠੀਕ ਹੈ, C ਅਲੱਗ ਹੈ, ਓਕੇ, A ਅਲੱਗ ਹੈ, ਕੋਈ ਇੰਟਰੈਕਸ਼ਨ ਨਹੀਂ ਹੈ। ਸੋ ਇਹਦਾ ਮਤਲਬ ਕੀ ਹੋਇਆ, ਰੂਲ 1 ਦੇ ਹਿਸਾਬ ਦੇ ਨਾਲ ਇਹਦਾ ਮਤਲਬ ਕੀ ਹੋਇਆ। ਠੀਕ ਹੈ, ਜਦੋਂ ਕੋਈ ਇੰਟਰੈਕਸ਼ਨ ਨਹੀਂ ਹੈ, ਸੋ ਕਹਿਣਾ ਇਹ ਸਮ A ਆਰ C। ਠੀਕ ਹੈ, ਇਹ ਕਹਿਣਾ ਸਹੀ ਆ, ਨਹੀਂ, ਇਹ ਕਹਿਣਾ ਸਹੀ ਹੀ ਨਹੀਂ ਹੈ। ਠੀਕ ਹੈ, ਇਥੇ ਪੋਸੀਬਿਲਿਟੀ ਆਪਾਂ ਕਰ ਸਕਦੇ ਹਾਂ, ਬਟ ਇਹਨੂੰ ਡੈਫੀਨੇਟਲੀ ਇਦਾਂ ਕਹਿਣਾ ਕਿ ਸਮ C ਆਰ A, ਕਿਉਂਕਿ ਇਹਨਾਂ ਦੇ ਅੰਦਰ ਆਪਾਂ ਨੂੰ ਕੋਈ ਵੀ ਰਿਲੇਸ਼ਨ ਜਿਹੜਾ ਹੈਗਾ ਵਾ ਉਹ ਨਹੀਂ ਮਿਲ ਰਿਹਾ। ਠੀਕ ਹੈ, ਕੋਈ ਰਿਲੇਸ਼ਨ ਐਸਟੈਬਲਿਸ਼ ਨਹੀਂ ਹੋ ਰਿਹਾ। ਠੀਕ ਹੈ, A ਅਲੱਗ ਹੈ, C ਅਲੱਗ ਹੈ। ਸੋ ਸਮ A C ਆਰ A, ਠੀਕ ਹੈ, ਇਹਨੂੰ ਡੈਫੀਨੇਟ ਕਨਕਲੂਜਨ ਕਰਨਾ ਜਾਏਗਾ ਰੋਂਗ। ਠੀਕ ਹੈ, ਸਮ A ਆਰ ਨੋਟ C। ਠੀਕ ਹੈ, ਸੋ ਸਮ A ਆਰ ਨੋਟ C ਤਾਂ ਆਪਣਾ ਕਿੱਥੇ ਜਾਂਦਾ ਵਾ ਉਦੋਂ ਧਿਆਨ, ਉਹਦਾ ਆਪਣਾ ਧਿਆਨ ਇਸ ਪਾਰਟ ਦੇ ਉੱਤੇ ਜਾਂਦਾ ਨਾ, ਬਲੈਂਕ ਸਪੇਸ ਦੇ ਉੱਤੇ। ਸੋ ਬਲੈਂਕ ਸਪੇਸ ਦੇ ਉੱਤੇ ਜੇ ਧਿਆਨ ਦੇਵੇ ਫਿਰ ਆਪਾਂ ਕੀ ਕਰਨਾ ਵਾ, ਠੀਕ ਹੈ, ਫਿਰ ਆਪਾਂ ਕਰਨਾ देयर इज अ पॉसिबिलिटी। ਠੀਕ ਹੈ, देयर इज पॉसिबिलिटी, ਆਪਾਂ ਐਬਸੋਲੂਟ ਨਹੀਂ ਕਹਿ ਸਕਦੇ, ਇੱਥੇ ਐਬਸੋਲੂਟ ਕਿਹਾ ਗਿਆ ਵਾ, ਸੋ ਇਸ ਕਰਕੇ ਇਹ ਹੋ ਗਿਆ ਗਲਤ। ਠੀਕ ਹੈ, ਅੱਗੇ ਚੌਥਾ ਦੇਖੋ, ਸਮ A ਆਰ ਨੋਟ B। ਠੀਕ ਹੈ, ਅਗੇਨ ਸਮ A ਆਰ ਨੋਟ B। ਠੀਕ ਹੈ, ਅਗੇਨ ਇਹ ਵਾਲੇ ਪੋਰਸ਼ਨ ਦੇ ਉੱਤੇ ਹੀ ਜਾ ਰਿਹਾ ਵਾ ਸਾਰਾ ਫੋਕਸ। ਠੀਕ ਹੈ, ਸੋ ਇਹ ਵੀ ਜਿਹੜਾ ਹੈਗਾ ਉਹ ਰੋਂਗ ਹੋ ਜਾਏਗਾ। ਠੀਕ ਹੈ, ਕਿਉਂਕਿ ਜਿੱਥੇ ਪੋਜ਼ਿਟਿਵ ਸਟੇਟਮੈਂਟ ਤੋਂ ਅਸੀਂ ਨੈਗੇਟਿਵ ਸਟੇਟਮੈਂਟ ਡਰਾ ਕਰਨਾ ਗਲਤ ਹੈ। ਸਾਨੂੰ ਦਿੱਤਾ ਗਿਆ ਸਮ A ਆਰ B ਔਰ ਸਮ A ਆਰ ਨੋਟ B। ਠੀਕ ਹੈ, ਇਹ ਕਿਸ ਤਰ੍ਹਾਂ ਰੋਂਗ ਹੈ, ਤੁਹਾਨੂੰ ਪਤਾ ਵੀ ਹੈ, ਮੈਂ ਪਿੱਛੇ ਕਿਸ ਤਰ੍ਹਾਂ ਕਰਵਾਇਆ ਵਾ, ਕਿਉਂਕਿ ਇਹਦੀਆਂ ਦੋ ਪੋਸੀਬਿਲਿਟੀਜ਼ ਹੋ ਜਾਂਦੀਆਂ ਵਾ ਕਿ ਆਲ A ਆਰ B, ਠੀਕ ਹੈ, ਜਾਂ ਸਮ A ਆਰ ਨੋਟ B। ਠੀਕ ਹੈ, ਇਹਦਾ ਇਹ ਦੂਸਰੀ ਪੋਸੀਬਿਲਿਟੀ ਕੀ ਸੀ, ਆਲ A ਆਰ B ਹੁੰਦਾ ਤਾਂ ਵੀ ਆਪਾਂ ਕਹਿ ਸਕਦੇ ਹਾਂ ਕਿ ਸਮ A ਆਰ B, ਰਾਈਟ। ਸੋ ਇਸ ਕਰਕੇ ਜਿਹੜਾ ਇਸ ਚੀਜ਼ ਨੂੰ ਕਹਿਣਾ ਕਿ ਸਮ A ਆਰ ਨੋਟ B, ਠੀਕ ਹੈ, ਇਹਨੂੰ ਡੈਫੀਨੇਟ ਕਹਿ ਦਿੱਤਾ ਇੱਥੇ। ਸੋ ਡੈਫੀਨੇਟ ਦੇ ਕੇਸ ਦੇ ਵਿੱਚ ਹੁੰਦਾ ਇਹ ਰੋਂਗ, ਰਾਈਟ। ਅੱਛਾ, ਹੁਣ ਆਪਣਾ ਦੇਖੋ ਅੱਗੇ ਜੋ ਹੈ 5th ਵੀ ਦੇਖੋਗੇ, ਸੋ ਇਹ ਵੀ ਰੋਂਗ ਹੈ, ਪਹਿਲਾਂ ਮੈਂ ਲਗਾ ਦਿੱਤਾ ਨਿਸ਼ਾਨ, ਬਿਕੋਜ਼ ਸਮ B ਆਰ ਨੋਟ C। ਠੀਕ ਹੈ, ਆਲ C ਆਰ B। ਠੀਕ ਹੈ, ਹੁਣ ਇੱਥੇ ਕੀ ਹੈ, ਸਮ B ਆਰ ਨੋਟ C, ਮਤਲਬ ਅਗੇਨ ਇਸ ਪੋਰਸ਼ਨ ਦੇ ਉੱਤੇ ਤੁਹਾਡਾ ਨਿਗਾਹ ਜਾ ਰਹੀ ਹੈ ਜਿਹੜੀ ਕਿ C ਨਹੀਂ ਹੈਗੀ, B ਦਾ ਉਹ ਪੋਰਸ਼ਨ। ਠੀਕ ਹੈ, ਸਮ B ਆਰ ਨੋਟ C। ਠੀਕ ਹੈ, ਸੋ ਇਸ ਤਰ੍ਹਾਂ ਕਹਿਣਾ ਕੀ ਠੀਕ ਰਹੇਗਾ। ਸੋ ਸਾਡਾ ਧਿਆਨ ਕਿੱਥੇ ਗਿਆ, ਬਲੈਂਕ ਸਪੇਸ ਦੇ ਵਿੱਚ। ਓਕੇ, ਸੋ ਬਲੈਂਕ ਸਪੇਸ ਦੇ ਵਿੱਚ ਜਦੋਂ ਧਿਆਨ ਜਾਵੇ ਫਿਰ ਅਸੀਂ ਕੁਝ ਵੀ ਡੈਫੀਨੇਟ ਨਹੀਂ ਕਹਿੰਦੇ, ਅਸੀਂ ਸਿਰਫ ਪੋਸੀਬਿਲਿਟੀ ਲਾ ਕੇ ਕਹਿੰਦੇ ਆ, ਰਾਈਟ। ਸੋ ਇਸ ਕਰਕੇ 5th ਕੁਐਸਚਨ ਇਜ਼ ਆਲਸੋ ਰੋਂਗ। ਠੀਕ ਹੈ, ਸੋ ਤੁਹਾਨੂੰ ਸਮਝ ਲੱਗ ਰਿਹਾ ਹੋਵੇਗਾ, ਮੈਨੂੰ ਯਕੀਨ ਆ ਹਾਲੇ ਤੱਕ ਕਿ ਕਿਸ ਤਰੀਕੇ ਨਾਲ ਇਹ ਰੂਲ ਕੰਮ ਕਰਦੇ ਆ। ਬਲੈਂਕ ਸਪੇਸ ਨੂੰ ਤੁਸੀਂ ਸਮਝ ਗਏ ਆ। ਠੀਕ ਹੈ, ਸੋ ਸਾਡਾ ਜਿਹੜਾ ਸਟੇਟਮੈਂਟ ਦਾ ਫੋਕਸ ਉਹ ਇਹਨਾਂ ਦੋ ਪੁਆਇੰਟਸ ਦੇ ਉੱਤੇ ਸੀਗਾ। ਠੀਕ ਹੈ, ਓਕੇ, ਉਹ ਆਪਾਂ ਫੁੱਲਫਿਲ ਕੀਤੀਆਂ, ਬਟ ਜਦੋਂ ਜਿਹੜਾ ਹੈਗਾ ਵਾ ਉਹ ਕਹਿ ਲਓ ਕਿ
जो जिथे जो साडा ब्लैंक स्पेस उत्ते ध्यान जांदा वा, ठीक है। सम ए इज नॉट बी या सम बी इज नॉट सी, ठीक है। सो तां उत्थे की आपां लाउणा हुंदा वा, उत्थे आपां रूल 2 लगाउणा वा, राइट। ਅੱਗੇ ਚੱਲਦੇ ਆ, ਹੁਣ ਆਪਣਾ ਆ ਗਿਆ ਰੂਲ 3, ਠੀਕ ਹੈ। ਰੂਲ 3 ਦੇ ਅੰਦਰ ਕੀ ਆ, ਇਫ देयर इज ਆਲਰੇਡੀ ਐਗਜ਼ਿਸਟੈਂਸ ਆਫ ਰਿਲੇਸ਼ਨ ਬਿਟਵੀਨ ਟੂ ਐਲੀਮੈਂਟਸ, ਠੀਕ ਹੈ। ਜੇ ਪਹਿਲਾਂ ਹੀ ਰਿਲੇਸ਼ਨ ਕੋਈ ਹੈ, ਚਾਹੇ ਪੋਜ਼ਿਟਿਵ ਹੋਵੇ ਚਾਹੇ ਨੈਗੇਟਿਵ ਹੋਵੇ, ਬਿਟਵੀਨ ਟੂ ਐਲੀਮੈਂਟਸ ਨੈਵਰ ਅਲਾਓ ਪੋਸੀਬਿਲਿਟੀ, ਠੀਕ ਹੈ। ਤਾਂ ਜਿਹੜਾ ਹੈਗਾ ਉਹਨੂੰ ਪੋਸੀਬਿਲਿਟੀ ਕਹਿਣਾ ਜਿਹੜਾ ਹੈਗਾ ਵਾ, ਉਹ ਉਹਦੇ ਵਿੱਚ ਕਦੇ ਵੀ ਕੋਈ ਪੋਸੀਬਿਲਿਟੀ ਨਹੀਂ ਹੁੰਦੀ ਹੋਏਗੀ, ਰਾਈਟ। ਸੋ ਕਰਦੇ ਆ ਇਹਨੂੰ ਸਟਾਰਟ। ਦੇਖੋ क्वेश्चन दे नाल समझदे आ। अच्छा हुण देखो स्टेटमेंट की आ, ऑल ए आर बी नो बी आर सी। ऑल ए आर बी मतलब अंदर एक छोटी ए बाहर वड्डा बी, ओके। नो बी आर सी, ठीक है। कोई भी बी जिहड़ा हैगा वा वो सी नहीं है, राइट। ओके सो पहली स्टेटमेंट देखो सम ए आर बी, ठीक है। सो जे ऑल ए आर बी है तो सम ए आर बी आपे ही हो जाता वा, ठीक है। तुसीं बहुत पहला तो समझ चुके हैं, ठीक है। नो सी आर बी, ठीक है। नो बी आर सी तो नो सी आर बी भी बिल्कुल सही होल्ड करता वा, ठीक है। कोई बी सी नहीं है तो कोई सी बी भी नहीं होएगी, ठीक है। ये भी राइट रहेगा, ठीक है। सम बी आर नॉट ए, ठीक है। जिस तरह सानू आ गल जा रही है ये साडे खालिस्तान दे उत्ते, ठीक है। ये खाली थां दे उत्ते जिहड़ी गल जा रही है, साडा फोकस इत्थे जा रहा वा सम बी आर नॉट ए, ठीक है। सो रूल 2 के मुताबिक जो खाली थां दे उत्ते जावे निगाह तो आपां की करना वा, ठीक है। डेफिनेट स्टेटमेंट जिहड़ियां हैगियां इहदा मतलब वो गलत होणगियां, ठीक है। पॉसिबिलिटी हुंदी, ठीक है, तां इह हो जाना सीगा सही, राइट। अच्छा अगे चौथा देखो सम बी आर नॉट सी, ठीक है। सम बी आर नॉट सी, जब सारे का सारा ही बी जिहड़ा वा वो सी नहीं हैगा तो सम बी आर नॉट सी, ये भी सही आ रहा वा बिल्कुल, ठीक है। जिस तरह मैं एग्जाम्पल फिर उही गल करदा वा कि जिस तरह जे सारा पंजाब सारा पंजाब जिहड़ा चाइना दे अंदर नहीं हैगा तो मालवा भी चाइना दे अंदर नहीं हैगा। सो सम पार्ट ऑफ पंजाब या सम बी आर नॉट सी, if whole of the b is not are not c then some b are not c, ये भी इक्वल जिहड़ा हैगा वो सही होल्ड करदा वा, राइट। ठीक है। हुण अगे देखो पंजवां क्वेश्चन, ठीक है। नो ए आर सी इज अ पॉसिबिलिटी, नो ए आर सी, ठीक है। सो ए हो गई, ठीक है, ओके। और ए सी हो गई, ठीक है। सो ए और सी दे विच देखो सानू कोई रिलेशन दिता वा ए बी बी सी, ए और सी दे विच सानू डायरैक्ट रिलेशन नहीं दिता, ठीक है। सो रूल 1 दे हिसाब दे नाल सानू की करना चाहिदा वा, ठीक है। रूल 1 दे हिसाब दे नाल सानू की कोई भी जिहड़ा हैगा वा इहदे विच डेफिनेट कनक्लूजन नहीं लेना चाहिदा, है ना। क्योंकि देखो जी इन्हां दे विच तां कोई डायरैक्ट रिलेशन है ही नहीं है, हाँ सही कहना मैं, गलत, ठीक है। क्यों, क्योंकि जो तुसीं इत्थे देखो तो तुहानूं पता लगदा कि हाँ बई ए और सी च कोई डायरैक्ट रिलेशन नहीं दिखदा, पर जो तुसीं ये वैन डायग्राम देखो, ठीक है, ये वैन डायग्राम दे विचों देख के तुहानूं की पता लगदा वा कि सारे दा सारा बी जिहड़ा वा वो सी दे नाल नहीं है, ठीक है। सो इहदा मतलब जिहड़ा उहदे अंदर बी दे अंदर ए आ वो भी सी दे नाल नहीं होएगा, ठीक है। वो भी सी दे नाल जिहड़ा हैगा ਉਹ नहीं होएगा, ठीक है। सो इतों सानू पता लगता भी ए और सी दे विच भी कनक्लूजन गिवन है, ए और बी दे विच भी एक स्टेटमेंट गिवन है जिहड़ी सानू वैन डायग्राम तो देख के समझ लगेगी। इस करके आपां इत्थे जिहड़ा रूल 1 है वो इत्थे अप्लाई नहीं हुंदा, ठीक है। इत्थे रूल अप्लाई 1 नहीं हुंदा क्योंकि ए और सी दे विच रिलेशन दिता होया वा, ठीक है। क्योंकि बी जिहड़ी हैगी ए जिहड़ी वो बी दे अंदर आ और बी जिहड़ा हैगा वा वो सी नहीं है, ठीक है। सो इस करके ए भी सी नहीं है, ओके। कैन यू फॉलो मी, मैनू फॉलो कर पा रहे हैं जो मैं समझा रहा तुहानू, ठीक है। सो इस करके इत्थे रूल जिहड़ा 1 हैगा वो नहीं लगना। इनफैक्ट सानू सीधा सीधा पता लगता वा कि ठीक है कि नो ए कैन बी सी, क्योंकि पूरा बी भी जिहड़ा वा वो सी नहीं हैगा,
ठीक है। सो नो ARC इट इज अ डेफिनेट थिंग यार, इट इज नॉट अ पॉसिबिलिटी। ठीक है, पॉसिबिलिटी नहीं आएगी क्योंकि ए ਜਿਹੜੀ ਉਹ B ਦੇ ਅੰਦਰ ਆ ਔਰ B ਔਰ C ਐਕਸਕਲੂਸਿਵ ਨੇ, ਮਿਊਚੁਅਲੀ ਐਕਸਕਲੂਸਿਵ ਨੇ, no BRC ਜਾਂ no CRB। ਠੀਕ ਹੈ, ਸੋ ਇਸ ਕਰਕੇ ਇਹਦੇ ਵਿੱਚ ਜੋ ਹੈ ਆਪਾਂ ਨੂੰ ਪਤਾ ਵਾ ਕਿ no ARC। ਠੀਕ ਹੈ, ਸੋ ਇਹਨੂੰ ਪੋਸਿਬਿਲਿਟੀ ਨਹੀਂ ਕਹਾਂਗੇ, ਇਟ ਇਜ਼ ਅ ਡੈਫੀਨੇਟ। ਠੀਕ ਹੈ, ਸੋ ਇਸ ਕਰਕੇ ਇਹ ਹੋ ਗਿਆ ਰੋਂਗ। ठीक है, सम BRA इज अ पॉसिबिलिटी। ठीक है, सो ਇਹਦੇ ਵਿੱਚ ਦੇਖੋ ਆਹ ਵੱਡਾ ਵਾ B ਦਾ ਗੋਲਾ, ਇਹਦੇ ਅੰਦਰ A ਹੈ, ਸੋ B ਸਮ BRA ਸਿੱਧਾ ਸਿੱਧਾ ਇਹਦੇ ਵਿੱਚ ਦਿਖ ਰਿਹਾ ਵਾ ਕਿ ਸਮ BRA। ਠੀਕ ਹੈ, ਸੋ ਪੋਸਿਬਿਲਿਟੀ ਕਾਹਤੇ ਲਗਾਉਣਾ, ਇਹਦੇ ਵਿੱਚ ਸਾਨੂੰ ਰਿਲੇਸ਼ਨ ਪਤਾ ਲੱਗ ਰਿਹਾ ਵਾ ਕਿ ਕੀ ਰਿਲੇਸ਼ਨ ਹੈ, ਸੋ ਇਸ ਕਰਕੇ ਪੋਸਿਬਿਲਿਟੀ ਵੀ ਜੇ ਆਪਾਂ ਪੋਸਿਬਿਲਿਟੀ ਦੇ ਨਾਲ ਦੇਖਾਂਗੇ ਤਾਂ ਇਹ ਵੀ ਇਹ ਰੋਂਗ ਹੋ ਜਾਂਦਾ, ਸਮ BRA। ठीक है, सो लगी समझ। तो इत्थे साडा रूल नंबर किहड़ा होया, इत्थे रूल 3 अप्लाई होया इत्थे। ठीक है, जदों किसी दे अंदर कोई ऑलरेडी रिलेशन डिफाइंड आ फिर आपां नूं पॉसिबिलिटी नहीं कह सकदे। ठीक है, सो इत्थे अपना किहड़ा होया वा, सम B आर नॉट A ओके एंड सम B आर नॉट C। ठीक है, सो इत्थे साडा किहड़ा रूल अप्लाई होया वा, सो इत्थे साडा रूल अप्लाई होया वा रूल 2। ठीक है, ओके, सो रूल 2 अप्लाई होया, रूल 1 ਇਹਦੇ ਵਿੱਚ ਇੱਥੇ ਕਿਤੇ ਨਹੀਂ ਅਪਲਾਈ ਹੋਇਆ। ਸੋ ਇਹ ਤਿੰਨ ਜਿਹੜੇ ਸੀਗੇ ਇਹ ਤਿੰਨ ਰੂਲ। ਠੀਕ ਹੈ, ਹੁਣ ਮੈਂ ਤੁਹਾਡੇ ਲਈ ਦਿੰਨਾ ਵਾ ਅੱਗੇ ਕੁਐਸਚਨ, ਸੋ ਇਸ ਕੁਐਸਚਨ ਦੀ ਲੈ ਲਓ ਸਕਰੀਨਸ਼ਾਟ। ਠੀਕ ਹੈ, ਔਰ ਇਹੀ ਜਿਹੜੇ ਤੁਹਾਨੂੰ ਮੈਂ ਰੂਲ ਦਿੱਤੇ ਆ ਇਹ ਤੁਹਾਡਾ ਹੋਮਵਰਕ ਹੈ। ਠੀਕ ਹੈ, ਦੋ ਕੁਐਸਚਨ ਆ ਰਾਈਟ, ਇੱਕ ਇਹ ਔਰ ਇੱਕ ਅਗਲਾ। ठीक है, सो जे ਤੁਹਾਨੂੰ ਇਹਦੇ ਵਿੱਚ ਕੋਈ ਦਿੱਕਤ ਆਏਗੀ ਠੀਕ ਹੈ ਕਮੈਂਟ ਕਰ ਸਕਦੇ ਆ ਜਾਂ ਮੈਨੂੰ ਟੈਲੀਗ੍ਰਾਮ ਦੇ ਉੱਤੇ ਮੈਸੇਜ ਕਰ ਸਕਦੇ ਆ, ਤਾਂ ਮੈਂ ਇਹਦੀ ਵੀ ਜਿਹੜੀ ਹੈਗੀ ਹੈ ਤੁਹਾਨੂੰ ਇਹ ਦੋਨਾਂ ਦੀ ਇੱਕ ਹੋਰ ਕੁਐਸਚਨ ਹੈ, ਸੋ ਇਹਦਾ ਸਕਰੀਨਸ਼ਾਟ ਲੈ ਲਿਆ, ਅਗਲੇ ਦਾ ਲੈ ਲਓ। ਠੀਕ ਹੈ, ਸੋ ਜੇ ਕੋਈ ਇਹਨਾਂ ਦੇ ਵਿੱਚ ਦਿੱਕਤ ਆਉਂਦੀ ਹੈ ਤਾਂ ਮੈਂ ਤੁਹਾਨੂੰ ਇਹਦੀ ਅਲੱਗ ਤੋਂ ਵੀਡੀਓ ਦੇ ਉੱਤੇ ਐਕਸਪਲੇਨੇਸ਼ਨ ਬਣਾ ਕੇ ਦੱਸਾਂਗਾ। ਠੀਕ ਹੈ, ਤੁਸੀਂ ਮੈਨੂੰ ਇਹਦੇ ਆਨਸਰ ਕਰਨੇ ਆ ਕਮੈਂਟ ਬਾਕਸ ਦੇ ਉੱਤੇ, ਮੈਨੂੰ ਜ਼ਰੂਰ ਆਨਸਰ ਕਰਨੇ ਆ ਨਾ ਦੋਨਾਂ ਕੁਐਸਚਨਸ ਦੇ ਰਾਈਟ। ਸੋ ਤਿੰਨ ਰੂਲ ਜਿਹੜੇ ਸਿੱਖੇ ਆ ਉਹ ਕਰਨੇ ਆ ਇੱਥੇ ਅਪਲਾਈ। ਅੱਛਾ, ਆ ਲਾਸਟ ਦੇ ਵਿੱਚ ਤੁਹਾਡਾ ਰਿਵਾਰਡ ਜਿਹੜਾ ਲਾਸਟ ਤੱਕ ਵੀਡੀਓ ਦੇਖਣ ਦਾ। ਠੀਕ ਹੈ, ਸੋ ਸੈਕੰਡਰੀ ਕੀਵਰਡਸ। ਠੀਕ ਹੈ, ਸਮ ਨੂੰ ਹੋਰ ਕੀ ਕਿਹਾ ਜਾ ਸਕਦਾ ਵਾ। ਠੀਕ ਹੈ, ਸਮ ਦੀ ਜਗ੍ਹਾ ਫਿਊ ਆ ਸਕਦਾ, ਫਿਊ ਆ ਸਕਦਾ। ਠੀਕ ਹੈ, ਸਾਰੇ ਕੀਵਰਡਸ ਇੱਥੇ ਆ ਸਕਦੇ ਆ। all ਨੂੰ each every any only 100%, some not ਨੂੰ hardly scarcely seldom। ਠੀਕ ਹੈ, no ਨੂੰ none never all no all not no one। ਠੀਕ ਹੈ, ਇਹ ਸਾਰੀਆਂ ਚੀਜ਼ਾਂ ਵੀ ਇਹਨਾਂ ਨੂੰ ਕਿਹਾ ਜਾ ਸਕਦਾ ਵਾ, ਬਟ ਇਹ ਸੈਕੰਡਰੀ ਕੀਵਰਡਸ ਨੇ। ਠੀਕ ਹੈ, ਸੋ ਮਤਲਬ ਇਹਨਾਂ ਦਾ ਸਾਰਾ ਇਹੀ ਰਹਿ ਜਾਂਦਾ ਵਾ, some all some not no ਰਾਈਟ। ਠੀਕ ਹੈ, ਸੋ ਇਹਦੇ ਨਾਲ ਹੀ ਕਰਦੇ ਹਾਂ ਅੱਜ ਦਾ ਲੈਕਚਰ ਸਮਾਪਤ, ਔਰ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਕਲਾਸ ਪਸੰਦ ਆਈ ਹੋਵੇਗੀ। ਸੋ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਮੈਂਟ ਜ਼ਰੂਰ ਕਰ ਦੇਣਾ ਅੱਜ ਦੀ ਇਸ ਕਲਾਸ ਦੇ ਵਿੱਚ। ਸੋ ਮਿਲਦੇ ਆ ਕੱਲ ਫੇਰ, ਹਰ ਹਾਲ ਜਦ ਤੱਕ ਬਣੇ ਰਹੋ ਪੀਬੀ ਸਰ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।